ਅਸੀਂ ਇੱਕ ਬ੍ਰਾਡ ਸਪੈਕਟਰਮ ਐਂਟੀਵਾਇਰਲ ਦਵਾਈ ਲੈ ਕੇ ਆਏ ਹਾਂ। ਸਾਡੀ ਦਵਾਈ ਨੂੰ ਸਰਕਾਰ ਨੂੰ ਬਹੁਤ ਪ੍ਰਮੋਟ ਕਰਨਾ ਚਾਹੀਦਾ ਸੀ। ਤੇ ਕਿਉਂਕਿ ਮੈਂ ਬੇਸਿਕਲੀ ਐਲੋਪੈਥਿਕ ਸਿਸਟਮ ਦਾ ਟ੍ਰੇਨਡ ਹੈ। ਆਯੁਰਵੇਦ ਨਾਲ ਮੇਰਾ ਕੋਈ ਲੰਬਾ ਚੌੜਾ ਸੰਬੰਧ ਹੈ ਨਹੀਂ। ਪਰ ਜਦੋਂ ਖੋਜ ਹੁੰਦੀ ਹੈ ਨਾ, ਖੋਜ ਆਯੁਰਵੇਦ, ਹਿਕਮਤ, ਯੂਨਾਨੀ, ਸਿੱਧਾ, ਐਲੋਪੈਥੀ ਇੱਕੋ ਹੀ ਚੀਜ਼ ਹੁੰਦੀ ਹੈ ਉੱਥੇ। ਖੋਜ ਜਦੋਂ ਅਸੀਂ ਦਵਾਈ ਤਿਆਰ ਕਰਦੇ ਹਾਂ, ਮੈਨੂਫੈਕਚਰਿੰਗ ਕਰਦੇ ਹਾਂ, ਉਦੋਂ ਇਹ ਸਿਸਟਮ ਆਉਂਦੇ ਨੇ ਸਾਹਮਣੇ। ਕਲਾਸ 80 ਸਬ ਕਲਾਸ 6 ਉਹਦੇ ਵਿੱਚ ਸਾਰੇ ਅਸੀਂ ਵੈਕਸੀਨਾਂ ਮਨਜ਼ੂਰ ਹੁੰਦੀਆਂ ਨੇ, ਉਹਦੇ ਵਿੱਚ ਹੀ ਰੈਮਡੇਸਿਵੀਰ ਮਨਜ਼ੂਰ ਹੁੰਦੀ ਆ, ਉਹਦੇ ਵਿੱਚ ਹੀ ਫੈਵੀਪੀਰਾਵੀਰ ਮਨਜ਼ੂਰ ਹੁੰਦੀ ਆ, ਬਾਕੀ ਦਵਾਈਆਂ ਹੁੰਦੀਆਂ ਕਰੋਨਾ ਵਾਸਤੇ ਮਨਜ਼ੂਰ। ਤੇ ਸਾਡੀ ਦਵਾਈ ਨੂੰ ਕੀ ਸੀ, ਸਾਡੀ ਦਵਾਈ ਵੀ ਤਾਂ ਉਹਦੇ ਵਿੱਚ ਮਨਜ਼ੂਰ ਹੋ ਜਾਣੀ ਚਾਹੀਦੀ ਹੈ। ਐਲੋਪੈਥੀ ਵਿੱਚ ਜੇ ਅਗਰ ਇਹ ਮਨਜ਼ੂਰ ਹੋ ਜਾਂਦੀ ਤੇ ਇਹ ਸਾਰੀ ਦੁਨੀਆ ਵਿੱਚ ਪਹੁੰਚ ਜਾਣੀ ਸੀ। ਔਰ ਸਾਰੀ ਦੁਨੀਆ ਦੇ ਵਿੱਚ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਅਗਰ ਬਚ ਜਾਂਦੀਆਂ ਤਾਂ ਅੱਜ ਹਿੰਦੁਸਤਾਨ ਦਾ ਨਾਂ ਕਿੰਨਾ ਉੱਚਾ ਹੁੰਦਾ। ਜਦੋਂ ਲੋਕ ਲੈਣਗੇ, ਲੋਕਾਂ ਨੂੰ ਫਾਇਦਾ ਹੋਏਗਾ। ਜਿਸ ਤੱਕ ਅਸੀਂ ਇਹਦਾ ਦੇਖਿਆ, ਇਹ ਤਾਂ ਮੁਰਦਿਆਂ 'ਚ ਜਾਨ ਪਾਉਣ ਵਾਲੀ ਦਵਾਈ ਹੈ। ਇਹ ਤਾਂ ਮੁਰਦਿਆਂ 'ਚ ਜਾਨ ਪਾਉਣ ਵਾਲੀ ਦਵਾਈ ਹੈ। ਮੈਂ ਤਾਂ ਕਦੇ ਕਦੇ ਇਹਨੂੰ ਸੰਜੀਵਨੀ ਵੀ ਬੋਲਦਾ ਹੁੰਦਾ, ਕਿਉਂਕਿ ਇਹੋ ਜਿਹੀਆਂ ਜੜੀ ਬੂਟੀਆਂ ਤੋਂ ਇਹ ਬਣੀ ਹੋਈ ਹੈ। ਦੂਜੀ ਗੱਲ ਇਹ ਹੈਗੀ ਆ ਕਿ ਇਹ ਦਵਾਈ ਜਿਹੜੀ ਹੈਗੀ ਆ, ਆਉਣ ਦੇ ਨਾਲ ਕਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਬਹੁਤ ਥੱਲੇ ਚਲਾ ਜਾਏਗਾ, ਬਹੁਤ ਨੀਚੇ ਗਿਰੇਗਾ। ਕਰਦੇ ਹੋ, ਦਾਵਾ ਕਰਦੇ ਹੋ ਤੁਸੀਂ? ਪੱਕਾ ਦਾਵਾ। ਇਹਦੇ 'ਚ ਤਾਂ ਮੈਂ ਅੱਖ ਬੰਦ ਕਰਕੇ ਦਾਵਾ ਕਰਾਂਗਾ। ਜੋ ਉਹਨਾਂ ਦਾ ਬਿਹੇਵੀਅਰ ਆ ਉਹ ਹੈਗਾ ICMRP, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਪ੍ਰੋਹਿਬਿਸ਼ਨ। ਉਹ ਤਾਂ ਖੋਜਾਂ ਨੂੰ ਰੋਕਣ ਦਾ ਕੰਮ ਕਰ ਰਹੇ ਨੇ। ਯਾਰ, ਇਹ ਡਾਕੂਮੈਂਟ ਤੁਹਾਡਾ ਹੈ, ਇਹ ਤੁਹਾਡਾ ਡਾਕੂਮੈਂਟ ਹੈ, ਮੇਰਾ ਡਾਕੂਮੈਂਟ ਨਹੀਂ ਹੈ। ਤੁਸੀਂ ਇੱਥੇ ਮਾੜਾ ਜਿਹਾ ਤਾਂ ਨੋਟਿਸ ਲੈਂਦੇ ਹੈ। ਭਾਰਤ ਬਾਇਓਟੈਕ ਵਾਲਿਆਂ ਕੋਲ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਮੇਰੇ ਕੋਲ ਨਹੀਂ ਹੈਗੀ ਹੈ। ਤੁਸੀਂ ਇੱਕ ਵਾਰੀ ਕਰੋਨਾ ਦੇ ਨਾਂ ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਦੀਆਂ, ਇਹ ਦਵਾਈ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਾਂ ਉੱਚਾ ਕਰਦੀ। ਹਿੰਦੁਸਤਾਨ ਸੱਚਮੁੱਚ ਵਿਸ਼ਵ ਗੁਰੂ ਬਣ ਜਾਂਦਾ। ਸਾਡੇ ਸਾਰਿਆਂ ਵਾਸਤੇ ਮਾਣ ਦੀ ਗੱਲ ਹੋਣੀ ਸੀ, ਮੇਰੇ ਵਾਸਤੇ ਵੀ ਮਾਣ ਦੀ ਗੱਲ ਹੋਣੀ ਹੈ। ਅਜੇ ਹਿੰਦੁਸਤਾਨੀ ਇਹ ਦਵਾਈ ਤਾਂ ਸਿੱਧੀ ਜਾਏਗੀ ਤੀਰ ਵਾਂਗ ਔਰ ਲੈ ਕੇ ਆਏਗੀ। ਸਰਕਾਰ ਸਾਡੀ ਮਦਦ ਕਰੇ ਜਾਂ ਨਾ ਕਰੇ, ਇਹ ਦਵਾਈ ਦਾ ਨੋਬਲ ਪ੍ਰਾਈਜ਼ ਲੈ ਕੇ ਆਏਗੀ ਹੀ ਆਏਗੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਸਰਕਾਰ ਕੁਛ ਮਦਦ ਕਰਦੇ ਸਾਡੀ, ਤੇ ਜਲਦੀ ਹੋ ਜਾਏਗਾ। 2-3 ਸਾਲਾਂ 'ਚ ਹੀ ਹੋ ਜਾਏਗਾ। ਜੇ ਸਰਕਾਰ ਮਦਦ ਨਹੀਂ ਕਰੇਗੀ ਤੇ 5-7 ਸਾਲਾਂ 'ਚ ਹੋ ਜਾਏਗਾ। ਬਾਅਦ ਵਿੱਚ ਤੇ ਕਿਆ ਕਰੋਗੇ, BS ਔਲਖ ਦਾ ਪੈਨ ਹੈ, ਇਹ ਪੈਨ ਵੀ 5 ਕਰੋੜ ਦੀ ਨਿਲਾਮੀ ਤੇ ਜਾਏਗਾ। ਕੱਲ ਨੂੰ ਤਾਂ ਕਹੋਗੇ BS ਔਲਖ ਦਾ ਸਕੂਟਰ ਹੈ, ਇਹ ਸਕੂਟਰ ਵੀ 2 ਕਰੋੜ ਦੀ ਨਿਲਾਮੀ ਤੇ ਜਾਏਗਾ। ਅੱਜ ਮਦਦ ਦੀ ਲੋੜ ਹੈ BS ਔਲਖ ਨੂੰ, ਕੱਲ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਕੱਲ ਨੂੰ ਕੋਈ ਮਦਦ ਵਾਸਤੇ ਆਏ ਵੀ ਨਾ। ਇਹ ਦਵਾਈ ਨੋਬਲ ਪ੍ਰਾਈਜ਼ ਲੈ ਕੇ ਜਾਏਗੀ ਤੇ ਜਾਏਗੀ। ਜਿਹੜੀ ਟੈਸਟਿੰਗ ਹੋ ਗਈ ਆ, ਸਾਡੇ ਕੋਲ ਕਰੀਬ 100 ਤੋਂ ਉੱਪਰ ਲੋਕਾਂ ਤੇ ਟੈਸਟਿੰਗ ਹੋ ਗਈ ਕਰੋਨਾ ਵਾਲਿਆਂ ਤੇ। ਬਹੁਤ ਸਸਤੀ ਦਵਾਈ ਆ, 300 ਰੁਪਏ 320 ਰੁਪਏ ਕੋਈ ਵੀ ਲੈ ਸਕਦਾ, ਕਿਉਂਕਿ ਕਰੋਨਾ ਦਾ ਤਾਂ ਤੁਹਾਨੂੰ ਪਤਾ ਇੱਕ ਟੈਸਟ ਵੀ ਕਿੰਨੇ ਮਹਿੰਗਾ ਆਉਂਦਾ। ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ। ਦੋਸਤੋ, ਪੰਜਾਬ ਦੀ ਜੇ ਗੱਲ ਕੀਤੀ ਜਾਵੇ, ਪੰਜਾਬ ਦੇ ਸੂਬੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਵਸਦੇ ਨੇ ਔਰ ਵੱਖ-ਵੱਖ ਤਰ੍ਹਾਂ ਦੇ ਇੱਥੇ ਖੋਜੀ ਵੀ ਵਸਦੇ ਨੇ। ਕੋਈ ਸਾਇੰਸ ਦੇ ਵਿੱਚ ਰਹਿ ਕੇ ਮਸ਼ੀਨਰੀ ਦੀ ਖੋਜ ਕਰਦਾ ਔਰ ਕਈ ਵੱਖ-ਵੱਖ ਤਰ੍ਹਾਂ ਦੇ ਖੋਜੀ ਸਾਨੂੰ ਦੇਖਣ ਨੂੰ ਮਿਲਦੇ ਨੇ। ਇਸੇ ਤਰ੍ਹਾਂ ਦੇ ਨਾਲ ਅੱਜ ਤੁਹਾਨੂੰ ਇੱਕ ਡਾਕਟਰ ਸਾਹਿਬ ਨਾਲ ਮਿਲਾਵਾਂਗੇ ਜਿਹੜੇ ਕਿ ਦਵਾਈਆਂ ਦੀ ਖੋਜ ਕਰਦੇ ਨੇ। ਕਾਫੀ ਪੁਰਾਣਾ ਉਹਨਾਂ ਦਾ ਪੇਸ਼ਾ ਕਿਹਾ ਜਾਂਦਾ। ਬਾਕੀ ਸਾਰੀ ਗੱਲਬਾਤ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਤੁਹਾਨੂੰ ਦੱਸਾਂਗੇ। ਸਾਡੇ ਨਾਲ ਮੌਜੂਦ ਨੇ BS ਔਲਖ ਜੀ, ਗੱਲਬਾਤ ਕਰਾਂਗੇ। ਸਰ ਨਮਸਕਾਰ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ। ਜਿਵੇਂ ਕਿ ਸਰ ਮੈਂ ਕਿਹਾ ਕਿ ਖੋਜਾਂ ਦੇ ਉੱਤੇ ਗੱਲ ਹੋਏਗੀ ਤੁਹਾਡੀ। ਮੈਂ ਤੁਹਾਡੇ ਬਾਰੇ ਸਟੱਡੀ ਕੀਤੀ ਆ, ਮੈਂ ਦੇਖਦਾ ਸੀ ਵੀਡੀਓਜ਼ ਤੁਹਾਡੀਆਂ ਵੀ, ਤੇ ਕਾਫੀ ਤਰ੍ਹਾਂ ਦੀਆਂ ਦਵਾਈਆਂ ਤੁਸੀਂ ਖੋਜ ਕੀਤੀਆਂ ਨੇ। ਉਸ ਬਾਰੇ ਸਾਡੇ ਸਰੋਤਿਆਂ ਨੂੰ ਜ਼ਰਾ ਜਾਣਕਾਰੀ ਦਿਓ ਥੋੜੀ। ਦੇਖੋ, ਮੈਂ BS ਔਲਖ, ਮੈਂ ਇੱਕ ਪ੍ਰੋਫੈਸ਼ਨਲ ਡਰੱਗ ਖੋਜੀ ਹਾਂ, ਡਿਸਕਵਰਰ ਹਾਂ, ਤੇ ਦਵਾਈਆਂ ਦੀ ਖੋਜ ਕਰਨਾ ਹੀ ਮੇਰਾ ਪੇਸ਼ਾ ਹੈ। ਤੇ ਇਹੋ ਹੀ ਰੋਜੀ ਰੋਟੀ ਵੀ ਮੇਰੀ ਇਹੋ ਹੀ ਹੈ। ਤੇ ਇਹ ਸਭ ਤੋਂ ਪਹਿਲੀ ਜਿਹੜੀ ਦਵਾਈ ਦੀ ਮੈਂ ਖੋਜ ਕੀਤੀ ਸੀ, ਉਹੀ ਮੈਮੇਲੀਅਨ ਸੈਕਸ ਫਿਕਸਰ ਦਵਾਈ। ਤੇ ਉਹ ਦਵਾਈ ਦੀ ਖੋਜ ਵਾਸਤੇ ਮੈਨੂੰ USA ਦੀ ਸਰਕਾਰ ਔਰ ਕੈਨੇਡਾ ਦੀ ਸਰਕਾਰ, ਸਾਊਥ ਅਫਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹ ਸਰਕਾਰਾਂ ਮੈਨੂੰ ਡਰੱਗ ਪੇਟੈਂਟ ਨਾਲ ਨਵਾਜ ਵੀ ਚੁੱਕੀਆਂ ਨੇ। ਆਹ ਮੇਰੇ ਕੋਲ USA ਪੇਟੈਂਟ ਹੈ, ਆਹ ਕੈਨੇਡਾ ਪੇਟੈਂਟ ਹੈ, ਤੇ ਆਹ ਸਾਊਥ ਅਫਰੀਕਨ ਪੇਟੈਂਟ ਹੈ। ਇੱਦਾਂ ਹੀ ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਪੇਟੈਂਟ ਵੀ ਨੇ। ਬਾਕੀ ਤੇ ਨੈੱਟ 'ਤੇ ਵੀ ਜਾ ਕੇ ਚੈੱਕ ਕੀਤੇ ਜਾ ਸਕਦੇ ਆ। US ਪੇਟੈਂਟ BS ਔਲਖ ਕਰਕੇ ਤੇ ਨਿਕਲ ਆਉਣਗੇ। ਤੇ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਦਵਾਈਆਂ ਦੀ ਖੋਜ ਕਰਨਾ ਹੀ ਮੇਰਾ ਪੇਸ਼ਾ ਹੈ ਔਰ ਪ੍ਰੋਫੈਸ਼ਨਲ ਡਰੱਗ ਰਿਸਰਚਰ ਹੈ। ਇਹ ਜਿਹੜੀ ਖੋਜ ਹੈ ਐਂਟੀਵਾਇਰਲ ਡਰੱਗ ਦੀ,
ਇਹ ਮੇਰੀ ਦੂਸਰੀ ਖੋਜ ਹੈ। ਦੂਸਰੀ ਖੋਜ ਬ੍ਰਾਡ ਸਪੈਕਟਰਮ ਐਂਟੀਵਾਇਰਲ ਡਰਗ ਦੀ ਹੈ। ਇਹਦੇ ਵਾਸਤੇ ਪੂਰੀ ਤਰ੍ਹਾਂ ਇਹ ਖੋਜ ਕਰਨ ਤੋਂ ਬਾਅਦ ਇਹ ਖੋਜ ਹੋਈ ਸੀ ਸਨ 2000 ਦੇ ਵਿੱਚ। 2000 ਤੋਂ ਅਸੀਂ ਇੱਥੇ ਟਰਾਇਲ ਕਰ ਰਹੇ ਸੀਗੇ। ਇਹ ਹੋਈ ਸੀ ਪਸ਼ੂਆਂ ਦੇ ਵਿੱਚ ਇੱਕ ਬਿਮਾਰੀ ਹੁੰਦੀ ਹੈ FMD। FMD ਦੇ ਵਿੱਚ ਇਹਨੂੰ ਬਹੁਤ ਹੀ ਅੱਛੇ ਰਿਜ਼ਲਟ ਆਏ। ਫਿਰ ਇੱਕ ਟਾਈਮ ਪੀਰੀਅਡ ਹੋ ਗਿਆ, ਮੈਂ ਦੂਜੀ ਖੋਜ ਦੇ ਵਿੱਚ ਵੀ ਬਹੁਤ ਬਿਜੀ ਰਿਹਾ। ਫਿਰ ਇਹਦੇ ਸਾਨੂੰ ਬਹੁਤ ਹੀ ਅੱਛੇ ਰਿਜ਼ਲਟ ਮਿਲਦੇ ਆ ਇਨਫਲੂਐਂਜਾ ਵਾਇਰਸ 'ਤੇ। ਇਨਫਲੂਐਂਜਾ ਵਾਇਰਸ ਇੱਕ ਬਹੁਤ ਹੀ ਇਨਫੈਕਸ਼ਸ ਵਾਇਰਸ ਆ, ਔਰ ਇਨਫਲੂਐਂਜਾ ਨਾਲ ਰਲਦਾ ਮਿਲਦਾ ਵਾਇਰਸ ਕਰੋਨਾ ਅਚਾਨਕ ਆਉਂਦਾ। ਕਰੋਨਾ ਬਾਰੇ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਰੋਨਾ ਨਾਂ ਦੀ ਬਿਮਾਰੀ ਆਏਗੀ, ਕਿਉਂਕਿ ਕਰੋਨਾ ਬਾਰੇ ਜੋ ਅਸੀਂ ਜਾਣਦੇ ਸੀ, ਕਰੋਨਾ ਬੜਾ ਹੀ ਇੱਕ ਹਾਰਮਲੈਸ ਵਾਇਰਸ ਸੀਗਾ। 1960 ਤੋਂ ਇਹਦੇ ਬਾਰੇ ਅਸੀਂ ਜਾਣਦੇ ਹਾਂ, ਪਰ ਇਹ ਬਹੁਤ ਹੀ ਹਾਰਮਲੈਸ ਵਾਇਰਸ ਸੀਗਾ। ਡੇਵਿਡ ਟੋਰਲ ਅਤੇ ਹੋਰ ਅਲਮੀਡਾ ਜੋਨ ਵਗੈਰਾ ਨੇ ਤੇ ਕੰਮ ਕੀਤਾ ਹੋਇਆ, ਅਤੇ ਇਹ ਅਚਾਨਕ ਇੰਨਾ ਖਤਰਨਾਕ ਰੂਪ ਲੈ ਜਾਏਗਾ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਫਿਰ ਹੋਇਆ ਕਿ ਜਦੋਂ ਜੀਕਾ ਵਾਇਰਸ ਦੀ ਦਵਾਈ ਰੈਮਡੇਸਿਵੀਰ WHO ਦੁਆਰਾ ਸਿਫਾਰਿਸ਼ ਕੀਤੀ ਜਾਂਦੀ ਹੈ ਕਰੋਨਾ ਵਾਇਰਸ ਵਾਸਤੇ, ਔਰ FDA ਅਮਰੀਕਾ ਨੇ ਉਹਨੂੰ ਅਪਰੂਵ ਕਰ ਦਿੱਤਾ। ਔਰ ਫਿਰ ਦੁਨੀਆ ਜਹਾਨ ਦੀਆਂ ਰੈਗੂਲੇਟਰੀਆਂ, ਜਾਪਾਨ ਦੀ ਰੈਗੂਲੇਟਰੀ, ਸਾਡੇ ਹਿੰਦੁਸਤਾਨ ਦੀ ਰੈਗੂਲੇਟਰੀ, ਯਾਨੀ ਡਰੱਗ ਕੰਟਰੋਲਰ ਜਦੋਂ ਇਹਨੂੰ ਰਜਿਸਟਰ ਕਰਦੇ ਨੇ, ਅਲਾਓ ਕਰਦੇ ਨੇ, ਅਤੇ ਉਹਨਾਂ ਦਿਨਾਂ ਵਿੱਚ ਮੇਰੇ ਦਿਮਾਗ ਵਿੱਚ ਇਹ ਆਇਆ ਕਿ ਸਾਡੇ ਕੋਲ ਤਾਂ ਇੱਕ ਬ੍ਰਾਡ ਸਪੈਕਟਰਮ ਐਂਟੀਵਾਇਰਲ ਦਵਾਈ ਪਈ ਹੈ ਜਿਹੜੀ FMD ਦੇ ਵਾਇਰਸ, ਕਿਉਂਕਿ FMD ਦਾ ਵਾਇਰਸ ਕਾਫੀ ਥੋੜ੍ਹਾ ਦੂਰ ਦਾ ਵਾਇਰਸ, ਔਰ ਇਨਫਲੂਐਂਜਾ ਦਾ ਵਾਇਰਸ ਅਤੇ ਕਰੋਨਾ ਦੇ ਬਿਲਕੁਲ ਨਾਲ ਰਲਦਾ ਮਿਲਦਾ ਵਾਇਰਸ ਹੈ, ਅਤੇ ਇਹਨੂੰ ਕਿਉਂ ਨਾ ਅਸੀਂ ਇਹਦੇ 'ਤੇ ਟਰਾਈ ਕਰੀਏ। ਫਿਰ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲਿਖਿਆ ਉਹਦੇ ਬਾਰੇ। ਫਿਰ ਅਸੀਂ ਹੈਲਥ ਮਿਨਿਸਟਰੀ ਨਾਲ ਵੀ ਕੰਟੈਕਟ ਕੀਤਾ, ਫਿਰ ਅਸੀਂ ਆਯੁਸ਼ ਮਿਨਿਸਟਰੀ ਨਾਲ ਵੀ ਕੰਟੈਕਟ ਕੀਤਾ। ਸਾਡਾ ਮਤਲਬ ਇਹ ਸੀਗਾ ਕਿ ਉਦੋਂ ਬਹੁਤ ਦਹਿਸ਼ਤ ਫੈਲੀ ਹੋਈ ਸੀ, ਇਟਲੀ ਔਰ ਸਪੇਨ ਦੇ ਵਿੱਚ ਬਹੁਤ ਹੀ ਖਤਰਨਾਕ ਰੂਪ ਲੈ ਗਿਆ ਸੀ, ਔਰ ਪੂਰੇ ਯੂਰਪ ਦੇ ਵਿੱਚ ਇੱਕ ਹਾਹਾਕਾਰ ਮੱਚੀ ਹੋਈ ਸੀ। ਅਤੇ ਅਸੀਂ ਸੋਚਿਆ ਵੀ ਇਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਜ਼ਿੰਦਗੀਆਂ ਜਾ ਰਹੀਆਂ ਨੇ, ਲੋਕ ਮਰ ਰਹੇ ਨੇ, ਉਹਨਾਂ ਦੀ ਤਾਦਾਦ ਘਟੇਗੀ, ਅਤੇ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੋਏਗੀ। ਦੂਜਾ, ਹਿੰਦੁਸਤਾਨ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਾਗਜ਼ੀ ਕੋਰਾ ਹੈ ਹਿੰਦੁਸਤਾਨ ਦਵਾਈਆਂ ਦੀ ਖੋਜ ਵਿੱਚ, ਇੰਟਰਨੈਸ਼ਨਲ ਲੈਵਲ 'ਤੇ ਕੁਛ ਹੈ ਨਹੀਂ ਵੱਡੀਆਂ ਖੋਜਾਂ ਦੇ ਵਿੱਚ। ਅਤੇ ਇੱਕ ਵੱਡੀ ਖੋਜ ਹਿੰਦੁਸਤਾਨ ਦੀ ਧਰਤੀ ਤੋਂ ਰਿਪੋਰਟ ਹੋਏਗੀ, ਉਹ ਵੀ ਐਂਟੀਵਾਇਰਲ, ਕਿਉਂਕਿ ਐਂਟੀਵਾਇਰਲ ਖੋਜਾਂ ਦੇ ਵਿੱਚ ਸਾਇੰਟਿਸਟਾਂ ਦਾ ਹੱਥ ਸਾਰੀ ਦੁਨੀਆ ਵਿੱਚ ਬੜਾ ਤੰਗ ਹੈ। ਬੈਕਟੀਰੀਆ ਉੱਤੇ ਤਾਂ ਸਾਡੇ ਕੋਲ ਐਂਟੀਬਾਇਓਟਿਕਾਂ ਹੈਗੀਆਂ ਨੇ, ਵਾਇਰਸ ਉੱਤੇ ਦਵਾਈਆਂ ਹੈ ਨਹੀਂ। ਅਤੇ ਉਹ ਸੋਚ ਕੇ ਅਸੀਂ ਇਹਨਾਂ ਸੰਸਥਾਵਾਂ ਨਾਲ ਕੰਟੈਕਟ ਕੀਤਾ, ਪਰ ਉਹਨਾਂ ਨਾਲ ਚਲੋ ਜਿਵੇਂ ਵੀ ਹੈ ਕੋਈ ਬਹੁਤ ਅੱਛਾ ਰਿਸਪਾਂਸ ਨਹੀਂ ਮਿਲਿਆ, ਪਰ ਸਾਡੀ ਗੱਲਬਾਤ ਅਜੇ ਵੀ ਚੱਲਦੀ ਹੈ। ਦੂਜੀ ਗੱਲ ਇਹ ਸੀ ਕਿ ਅਸੀਂ ਫਿਰ ਸਿੱਧਾ ਗਏ ICMR ਕੋਲ। ਆਹ ਤੁਹਾਨੂੰ ਮੈਂ ICMR ਦਾ ਡਾਕੂਮੈਂਟ ਦਿਖਾਉਣਾ। ਆਹ ICMR ਦਾ ਡਾਕੂਮੈਂਟ ਆ, ਇਹਦੇ ਵਿੱਚ ਅਸੀਂ ਜਾਂਦੇ ਹਾਂ ਇਹਨਾਂ ਦੇ, ਇਹ ਬੜਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਰਿਐਕਟਿਵ ਪੋਰਟਲ ਹੁੰਦਾ, ਜਿਹਦੇ ਵਿੱਚ ਅਸੀਂ ਉਹਨਾਂ ਨਾਲ ਆਦਾਨ ਪ੍ਰਦਾਨ ਕਰਦੇ ਹਾਂ ਗੱਲਾਂ ਦਾ। ਉਹਦੇ ਵਿੱਚ ਕੀ ਹੋਇਆ ਕਿ ਮੁੜ ਕੇ ਸਾਨੂੰ ਇਹ ਪਤਾ ਲੱਗਿਆ ਕਿ ਉੱਥੇ ਨਾ ਕੁਛ ਨਿਯਮ ਇਹੋ ਜਿਹੇ ਬਣਾ ਦਿੱਤੇ ਗਏ ਨੇ ਕਿ ਸੋਲੀਟਰੀ ਡਰੱਗ ਇਨਵੈਂਟਰ, ਕਿਉਂਕਿ ਮੈਂ ਬੇਸਿਕਲੀ ਸੋਲੀਟਰੀ ਡਰੱਗ ਇਨਵੈਂਟਰ ਹਾਂ, ਔਰ ਦੁਨੀਆ ਦੀਆਂ ਜਿੰਨੀਆਂ ਵੀ ਮਹਾਨ ਖੋਜਾਂ ਹੋਈਆਂ ਨੇ, ਚਾਹੇ ਉਹ ਪੈਨਸਿਲਿਨ ਦੀ ਖੋਜ ਹੋਏ, ਚਾਹੇ ਉਹ ਹਵਾਈ ਜਹਾਜ਼ ਦੀ ਖੋਜ ਹੋਏ, ਚਾਹੇ ਉਹ ਆਇਨਸਟੀਨ ਦੀ ਖੋਜ ਹੋਏ, ਥਿਊਰੀ ਆਫ ਰਿਲੇਟਿਵਿਟੀ ਹੋਏ, ਚਾਹੇ ਉਹ ਇਨਸੂਲਿਨ ਦੀ ਖੋਜ ਹੋਏ, ਦੁਨੀਆ ਦੀਆਂ ਸਾਰੀਆਂ ਮਹਾਨ ਖੋਜਾਂ, ਕਰੀਬ 90% ਖੋਜਾਂ ਸੋਲੀਟਰੀ ਇਨਵੈਂਟਰ ਹੀ ਕਰਦੇ ਨੇ। ਹੁਣ ਕੀ ਹੋਇਆ ਕਿ ਨਿਯਮ ਇਹੋ ਜਿਹੇ ਬਣ ਗਏ ਕਿ ਸੋਲੀਟਰੀ ਇਨਵੈਂਟਰਾਂ ਵਾਸਤੇ ਖੋਜਾਂ ਦੇ ਦਰਵਾਜ਼ੇ ਬੰਦ ਹੋਏ। ਮੈਨੂੰ ਬੜੀ ਹੈਰਾਨੀ ਵੀ ਹੋਈ ਇਸ ਗੱਲ ਦੀ ਕਿ ਜਦੋਂ ਦੁਨੀਆ ਮਰ ਰਹੀ ਹੈ ਬਿਮਾਰੀਆਂ ਦੇ ਨਾਲ, ਕਰੋਨਾ ਵਰਗੇ ਵਾਇਰਸ ਆ ਰਹੇ ਨੇ, ਨਵੇਂ ਰੂਪ ਲੈ ਕੇ ਆ ਰਹੇ ਨੇ, ਹੁਣ ਤਾਂ ਸਾਨੂੰ ਸੋਲੀਟਰੀ ਇਨਵੈਂਟਰਾਂ ਨੂੰ ਬੜਾ ਪ੍ਰਮੋਟ ਕਰਨਾ ਚਾਹੀਦਾ। ਪਰ ਸਾਨੂੰ ਇਹ ਕਾਨੂੰਨ ਬਣਾ ਕੇ, ਜਿਵੇਂ ਸਾਡੀ ਸਰਕਾਰ ਨੇ ਕਾਨੂੰਨ ਬਣਾਇਆ 2019 ਦੇ ਵਿੱਚ, 2019 ਦੇ ਵਿੱਚ ਨਿਊ ਡਰੱਗ ਐਂਡ ਕਲੀਨਿਕਲ ਟਰਾਇਲ ਰੂਲ, ਉਹਦੇ ਵਿੱਚ ਸੋਲੀਟਰੀ ਇਨਵੈਂਟਰਾਂ ਨੂੰ ਖੋਜ ਕਰਨ ਤੋਂ ਰੋਕ ਦਿੱਤਾ ਗਿਆ, ਔਰ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਜਾਂਦੀ ਹੈ। ਔਰ ਉਹਦੇ ਵਿੱਚ ਕੀ ਹੋਇਆ ਕਿ ਕੁੱਲ ਮਿਲਾ ਕੇ ਕੀ ਹੋਇਆ ਕਿ ਲੋਕਾਂ ਦਾ ਨੁਕਸਾਨ ਹੈ, ਇਨਸਾਨੀਅਤ ਦਾ ਨੁਕਸਾਨ ਹੈ। ਕਿਉਂਕਿ ਕਰੋਨਾ ਵਿੱਚ ਕਿੰਨੇ ਲੋਕ ਮਰ ਗਏ? ਸਰਕਾਰ ਦੇ ਅੰਕੜੇ ਮੁਤਾਬਕ 5.25 ਲੱਖ ਲੋਕ ਮਰ ਗਏ। ਉਹ ਵੈਸੇ ਕਹਿੰਦੇ ਨੇ ਕਿ ਇਸ ਤੋਂ ਜ਼ਿਆਦਾ ਮਰੇ, WHO ਕਹਿੰਦਾ ਕਿ ਇਸ ਤੋਂ 10 ਗੁਣਾ ਜ਼ਿਆਦਾ ਮਰੇ। ਚਲੋ ਅਸੀਂ ਸਰਕਾਰ ਦੇ ਅੰਕੜੇ ਨੂੰ ਹੀ ਸਹੀ ਮੰਨ ਲੈਂਦੇ ਹਾਂ, ਪਰ 5.25 ਲੱਖ ਜ਼ਿੰਦਗੀਆਂ ਚਲੀਆਂ ਗਈਆਂ, ਇਹ ਬਹੁਤ ਵੱਡਾ ਅੰਕੜਾ ਹੈ। ਔਰ ਦੂਜੀ ਗੱਲ, ਅਗਰ ਇਹਨਾਂ 'ਚੋਂ 2 ਲੱਖ ਜਾਂ 3 ਲੱਖ ਲੋਕ ਅੱਜ ਜਿੰਦਾ ਹੁੰਦੇ, ਆਪਣੇ ਪਰਿਵਾਰਾਂ 'ਚ ਬੈਠੇ ਹੁੰਦੇ, ਤਾਂ ਉਹ ਕਿੰਨੀ ਵਧੀਆ ਗੱਲ ਹੁੰਦੀ। ਅਸੀਂ ਇੱਕ ਬ੍ਰਾਡ ਸਪੈਕਟਰਮ ਐਂਟੀਵਾਇਰਲ ਦਵਾਈ ਲੈ ਕੇ ਆਏ ਹਾਂ। ਸਾਡੀ ਦਵਾਈ ਨੂੰ ਸਰਕਾਰ ਨੂੰ ਬਹੁਤ ਪ੍ਰਮੋਟ ਕਰਨਾ ਚਾਹੀਦਾ ਸੀ, ਅਤੇ ਕਿਉਂਕਿ ਮੈਂ ਬੇਸਿਕਲੀ ਐਲੋਪੈਥਿਕ ਸਿਸਟਮ ਦਾ ਟ੍ਰੇਨਡ ਹੈ, ਆਯੁਰਵੇਦ ਨਾਲ ਮੇਰਾ ਕੋਈ ਲੰਬਾ ਚੌੜਾ ਸੰਬੰਧ ਹੈ ਨਹੀਂ, ਪਰ ਜਦੋਂ ਖੋਜ ਹੁੰਦੀ ਹੈ ਨਾ, ਖੋਜ ਆਯੁਰਵੇਦ, ਹਿਕਮਤ, ਯੂਨਾਨੀ, ਸਿੱਧਾ, ਐਲੋਪੈਥੀ ਇੱਕੋ ਹੀ ਚੀਜ਼ ਹੁੰਦੀ ਹੈ ਉੱਥੇ। ਖੋਜ ਜਦੋਂ ਅਸੀਂ ਦਵਾਈ ਤਿਆਰ ਕਰਦੇ ਹਾਂ, ਮੈਨੂਫੈਕਚਰਿੰਗ ਕਰਦੇ ਹਾਂ, ਉਦੋਂ ਇਹ ਸਿਸਟਮ ਆਉਂਦੇ ਨੇ ਸਾਹਮਣੇ।
ਮੇਰੀ ਖੋਜ ਬੇਸਿਕਲੀ ਜਿਹੜੀ ਹੈਗੀ ਆ ਉਹ ਮਾਡਰਨ ਸਿਸਟਮ ਦੇ ਵਿੱਚ ਹੀ ਹੈ, ਐਲੋਪੈਥੀ ਦੇ ਵਿੱਚ ਹੀ ਹੈ। ਮੇਰੇ ਕੋਲ ਇੱਥੇ ਗਜਟ ਆਫ ਇੰਡੀਆ ਪਿਆ, ਉਹਦੇ ਵਿੱਚ ਜਿਹੜਾ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ ਸਾਰਾ ਪਿਆ, ਉਹਦੀਆਂ ਬਹੁਤ ਸਾਰੀਆਂ ਧਾਰਾਵਾਂ ਨੇ ਜਿਹੜੀਆਂ ਇਹ ਦਵਾਈ ਨੂੰ ਐਲੋਪੈਥੀ ਦੀ ਦਵਾਈ ਬਣਾਉਂਦੇ ਆ। ਪਰ ਚਲੋ ਉਸ ਗੱਲ ਨੂੰ ਛੱਡ ਦਈਏ, ਸਾਨੂੰ ਡਿਪਾਰਟਮੈਂਟ ਆਫ ਆਯੁਰਵੇਦਾ ਗੌਰਮੈਂਟ ਆਫ ਪੰਜਾਬ ਨੇ ਮਾਨਤਾ ਦਿੱਤੀ ਹੈ ਇਸ ਦਵਾਈ ਨੂੰ ਬਣਾਉਣ ਵਾਸਤੇ ਆਯੁਰਵੈਦਿਕ ਸਿਸਟਮ ਦੇ ਵਿੱਚ। ਅਸੀਂ ICMR ਕੋਲੋਂ ਆਯੁਰਵੈਦਿਕ ਸਿਸਟਮ ਨਹੀਂ ਸੀ ਮੰਗਿਆ, ਅਸੀਂ ਉਹਨਾਂ ਕੋਲੋਂ ਐਲੋਪੈਥੀ ਸਿਸਟਮ ਮੰਗਿਆ ਸੀ, ਕਿਉਂਕਿ ਇਹ ਕਲਾਜਿਸ ਨੇ ਕਲਾਜ 80.6 ਐਂਡ ਕਲਾਜ 2 ਅੱਗੇ ਕੁਛ ਧਾਰਾਵਾਂ ਨੇ ਜਿਨ੍ਹਾਂ ਦੇ ਵਿੱਚ ਇਹ ਦਵਾਈ ਨੂੰ ਐਲੋਪੈਥੀ 'ਚ ਬਣਾਇਆ ਜਾ ਸਕਦਾ ਔਰ ਇਹਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਆ। ਤੁਸੀਂ ਦੇਖਿਆ ਕਿ 86 ਕਲਾਜ 80 ਸਬ ਕਲਾਸ 6 ਉਹਦੇ ਵਿੱਚ ਸਾਰੇ ਹੀ ਵੈਕਸੀਨਾਂ ਮਨਜ਼ੂਰ ਹੁੰਦੀਆਂ ਨੇ, ਉਹਦੇ ਵਿੱਚ ਹੀ ਰੈਮਡੇਸਿਵੀਰ ਮਨਜ਼ੂਰ ਹੁੰਦੀ ਆ, ਉਹਦੇ ਵਿੱਚ ਹੀ ਫੈਵੀਪੀਰਾਵੀਰ ਮਨਜ਼ੂਰ ਹੁੰਦੀ ਆ, ਬਾਕੀ ਦਵਾਈਆਂ ਹੁੰਦੀਆਂ ਕਰੋਨਾ ਵਾਸਤੇ ਮਨਜ਼ੂਰ। ਤੇ ਸਾਡੀ ਦਵਾਈ ਨੂੰ ਕੀ ਸੀ, ਸਾਡੀ ਦਵਾਈ ਵੀ ਤਾਂ ਉਹਦੇ ਵਿੱਚ ਮਨਜ਼ੂਰ ਹੋ ਜਾਣੀ ਚਾਹੀਦੀ ਐਲੋਪੈਥੀ ਵਿੱਚ। ਐਲੋਪੈਥੀ ਵਿੱਚ ਜੇ ਅਗਰ ਇਹ ਮਨਜ਼ੂਰ ਹੋ ਜਾਂਦੀ ਤੇ ਇਹ ਸਾਰੀ ਦੁਨੀਆ ਵਿੱਚ ਪਹੁੰਚ ਜਾਣੀ ਸੀ, ਔਰ ਸਾਰੀ ਦੁਨੀਆ ਦੇ ਵਿੱਚ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਅਗਰ ਬਚ ਜਾਂਦੀਆਂ ਤਾਂ ਅੱਜ ਹਿੰਦੁਸਤਾਨ ਦਾ ਨਾਂ ਕਿੰਨਾ ਉੱਚਾ ਹੁੰਦਾ ਔਰ ਹਿੰਦੁਸਤਾਨ ਸੱਚਮੁੱਚ ਦਵਾਈਆਂ ਦੀਆਂ ਖੋਜਾਂ ਵਿੱਚ ਵਿਸ਼ਵ ਗੁਰੂ ਬਣ ਜਾਂਦਾ। ਸਾਨੂੰ ਇਸ ਗੱਲ ਦਾ ਰੰਜ ਵੀ ਹੈ, ਪਰ ਚਲੋ ਫਿਰ ਵੀ ਅਸੀਂ ਅਫਸੋਸ ਨਹੀਂ ਕਰਦੇ। ਅਸੀਂ ਫਿਰ ਵੀ ਡਿਪਾਰਟਮੈਂਟ ਆਫ ਆਯੁਰਵੇਦਾ ਗੌਰਮੈਂਟ ਆਫ ਪੰਜਾਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਮੈਨੂਫੈਕਚਰਿੰਗ ਦੀ ਇਹਦੀ ਪਰਮਿਸ਼ਨ ਦਿੱਤੀ ਹੈ। ਹੁਣ ਇਹ ਦਵਾਈ ਉਹਨਾਂ ਨੇ ਸਿੰਪਟਮ ਬੇਸਡ ਸਾਨੂੰ ਪਰਮਿਸ਼ਨ ਦਿੱਤੀ ਹੈ। WHO ਦੇ ਮੁਤਾਬਕ ਕਰੋਨਾ ਦੇ 4 ਹੀ ਮੁੱਖ ਲੱਛਣ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਲਗਾਤਾਰ ਬੁਖਾਰ ਆਉਣਾ, ਦੂਜਾ ਹੈਗਾ ਕਿ ਬੁਖਾਰ ਆਉਣਾ ਦੇ ਨਾਲ ਸਰੀਰ ਦਾ ਟੁੱਟਣਾ ਤੇ ਸਾਰੇ ਸਰੀਰ ਵਿੱਚ ਦਰਦ। ਦੂਜਾ ਲੱਛਣ ਇਹ ਹੈਗਾ ਕਿ ਲਗਾਤਾਰ ਖਾਂਸੀ, ਸੁੱਕੀ ਖਾਂਸੀ, ਬਲਗਮਲੈਸ ਖਾਂਸੀ, ਦਰਦਨਾਕ ਖਾਂਸੀ, ਜਿਹਨੂੰ ਅਸੀਂ ਕੁੱਤਾ ਖਾਂਸੀ ਬੋਲਦੇ ਹਾਂ। ਤੀਜਾ ਲੱਛਣ ਹੈਗਾ ਇਹਦਾ ਕਿ ਸਾਹ ਨਲੀ ਦੀ ਪ੍ਰੋਬਲਮ, ਸਾਹ ਲੈਣ ਵਿੱਚ ਤਕਲੀਫ ਹੋਣਾ, ਸਾਹ ਦਾ ਟੁੱਟਣਾ, ਸ਼ਾਰਟਨੈਸ ਆਫ ਬ੍ਰੈਥ, WHO ਨੂੰ ਲਿਖਦਾ ਸ਼ਾਰਟਨੈਸ ਆਫ ਬ੍ਰੈਥ। ਔਰ ਚੌਥਾ ਲੱਛਣ ਇਹਦਾ ਇਹ ਹੈਗਾ ਕਿ ਅੰਦਰੂਨੀ ਅੰਗਾਂ ਦੀ ਸੋਜਿਸ਼, ਜਿਵੇਂ ਫੇਫੜੇ ਹੋ ਗਏ, ਸਾਡਾ ਲਿਵਰ ਹੋ ਗਿਆ, ਕਿਡਨੀ ਹੋ ਗਏ, ਹਾਰਟ ਹੋ ਗਿਆ, ਈਵਨ ਬ੍ਰੇਨ ਦੇ ਕੁਛ ਟਿਸ਼ੂ, ਇਹਨਾਂ ਦੀ ਜਿਹੜੀ ਸੋਜਿਸ਼ ਹੈ, ਮੌਤਾਂ ਦਾ ਸਭ ਤੋਂ ਬੜਾ ਕਾਰਨ ਇਹ ਅੰਦਰੂਨੀ ਅੰਗਾਂ ਦੀ ਸੋਜਿਸ਼ ਹੈ। ਕਿਉਂਕਿ ਹੁੰਦਾ ਕੀ ਆ ਕਰੋਨਾ ਦੇ ਮਰੀਜ਼ਾਂ ਵਾਸਤੇ ਕਿ ਜਿਹੜੀ ਸਾਡੀ ਟ੍ਰੇਕੀ ਆ ਇਹਦੇ ਅੰਦਰ ਵੀ ਸਾਫਟ ਟਿਸ਼ੂ ਹੈ, ਇਹਦੇ ਅੰਦਰ ਬਲਗਮ ਭਰ ਜਾਂਦੀ ਆ, ਇਨਫੈਕਸ਼ਨ ਹੋ ਜਾਂਦੀ ਆ, ਸਾਹ ਦੀ ਜਿਹੜੀ ਹਵਾ ਦੀ ਰੋਕ ਟੋਕ ਜਿਹੜੀ ਆਵਾਜਾਈ ਆ ਉਹ ਬੰਦ ਹੋ ਜਾਂਦੀ ਆ, ਫੇਫੜੇ ਗਲ ਜਾਂਦੇ ਨੇ, ਫੇਫੜਿਆਂ 'ਚ ਪਸ ਭਰ ਜਾਂਦੀ ਆ, ਸਾੜ ਪੈ ਜਾਂਦਾ, ਪਾਣੀ ਭਰ ਜਾਂਦਾ, ਫੇਫੜਿਆਂ ਨਾਲ ਸਾਹ ਨਹੀਂ ਲਿਆ ਜਾਂਦਾ। ਇਹਨਾਂ 4 ਕੈਟੇਗਰੀਆਂ 'ਚ ਡਿਪਾਰਟਮੈਂਟ ਆਫ ਆਯੁਰਵੇਦਾ ਨੇ ਸਾਨੂੰ ਡਰੱਗ ਨੂੰ ਮਨਜ਼ੂਰ ਕੀਤਾ। ਹੁਣ ਕੋਈ ਵੀ ਕਰੋਨਾ ਦਾ ਮਰੀਜ਼ ਆਏਗਾ ਉਹਨੂੰ ਇਹ 4 ਲੱਛਣ ਤਾਂ ਹੋਣੇ ਹੀ ਹੋਣੇ ਨੇ ਔਰ ਉਹ ਨੈਚੁਰਲੀ ਇਹ ਦਵਾਈ ਨੂੰ ਲਏਗਾ ਹੀ ਲਏਗਾ। ਉਹਦੇ ਨਾਲ ਕੀ ਹੋਏਗਾ, ਉਹਨੂੰ ਫਾਇਦਾ ਵੀ ਹੋਏਗਾ ਔਰ ਜ਼ਿੰਦਗੀਆਂ ਵੀ ਬਚਣਗੀਆਂ ਔਰ ਇਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੋਏਗੀ। ਅੱਛਾ ਡਾਕਟਰ ਸਾਹਿਬ, ਜੇ ਮੈਂ ਤੁਹਾਨੂੰ ਪੁੱਛਾਂ ਕਿ ਹੁਣ ਤੱਕ ਇਸ ਦਵਾਈ ਦੀ ਟੈਸਟਿੰਗ ਕੀਤੀ ਆ ਜਾਂ ਕਿੰਨੀ ਮਾਤਰਾ 'ਚ ਸਹੀ ਰਹੀ ਹੈ? ਇਹਦੀ ਜਿਹੜੀ ਟੈਸਟਿੰਗ ਹੋ ਗਈ ਆ, ਸਾਡੇ ਕੋਲ ਕਰੀਬ 100 ਤੋਂ ਉੱਪਰ ਲੋਕਾਂ 'ਤੇ ਟੈਸਟਿੰਗ ਹੋ ਗਈ ਕਰੋਨਾ ਵਾਲਿਆਂ 'ਤੇ। ਉਹਦਾ ਜਿਹੜਾ ਅੰਕੜਾ ਹੁੰਦਾ ਅਸਲ ਦੇ ਵਿੱਚ ਅਸੀਂ ਇਹ ਚਾਹੁੰਦੇ ਸੀਗੇ ਕਿ ਸਾਨੂੰ ਇਹ ਇਜਾਜ਼ਤ ਦਿੱਤੀ ਜਾਂਦੀ ਕਿ ਡਰੱਗ ਕੰਟਰੋਲਰ ਆਫ ਇੰਡੀਆ ਨੂੰ ਅਸੀਂ ਪੇਸ਼ ਕਰੀਏ, ਪਰ ਚਲੋ ਅਸੀਂ ਡਰੱਗ ਕੰਟਰੋਲਰ ਆਫ ਇੰਡੀਆ ਤੱਕ ਸਾਡਾ ਜਿਹੜਾ ਰਸਤਾ ਸੀਗਾ ਉਹ ਕਿਸ ਤਰ੍ਹਾਂ ਕੰਪਲੀਟ ਨਹੀਂ ਹੋਇਆ। ਤਾਂ ਡਿਪਾਰਟਮੈਂਟ ਆਫ ਆਯੁਰਵੇਦਾ ਦੇ ਹੀ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਚਲੋ ਉਹਨਾਂ ਨੇ ਘੱਟੋ ਘੱਟ ਸਾਨੂੰ ਮੈਨੂਫੈਕਚਰਿੰਗ ਦੀ ਪਰਮਿਸ਼ਨ ਤਾਂ ਦਿੱਤੀ। ਇਹੋ ਹੀ ਸਾਡੇ ਵਾਸਤੇ ਇੱਕ ਬੜਾ ਸਟੈਪ ਹੈ। ਹੁਣ ਮੈਨੂਫੈਕਚਰਿੰਗ ਹੋਏਗੀ, ਦਵਾਈ ਮਾਰਕੀਟ 'ਚ ਆਏਗੀ, ਕਰੋਨਾ ਦੇ ਹੀ ਲੱਛਣਾਂ ਉੱਤੇ ਮਨਜ਼ੂਰ ਹੋ ਗਈ ਹੈ ਤੇ ਇਹ ਲੱਛਣ WHO ਦੇ ਮੁਤਾਬਕ ਕਰੋਨਾ ਦੇ ਹੀ ਨੇ ਤੇ ਲੋਕੀ ਇਹਨੂੰ ਖਾਣਗੇ, ਇਹਦਾ ਤੋਂ ਫਾਇਦਾ ਲੈਣਗੇ ਔਰ ਉਹਦੇ ਨਾਲ ਤੇ ਬਾਕੀ ਬਹੁਤ ਸਸਤੀ ਦਵਾਈ ਆ, 300 ਰੁਪਏ 320 ਰੁਪਏ ਕੋਈ ਵੀ ਲੈ ਸਕਦਾ, ਕਿਉਂਕਿ ਕਰੋਨਾ ਦਾ ਤਾਂ ਤੁਹਾਨੂੰ ਪਤਾ ਇੱਕ ਟੈਸਟ ਵੀ ਕਿੰਨੇ ਮਹਿੰਗਾ ਆਉਂਦਾ। ਅੱਛਾ ਡਾਕਟਰ ਸਾਹਿਬ, ਇੱਥੇ ਮੈਂ ਤੁਹਾਨੂੰ ਰੋਕਦਾ, ਮਾਫੀ ਚਾਹੁੰਦਾ। ਜਦੋਂ ਦਾ ਕਰੋਨਾ ਸ਼ੁਰੂ ਹੋਇਆ ਨਾ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਦਵਾਈਆਂ ਆਈਆਂ ਨੇ, ਡਾਕਟਰਾਂ ਵੱਲੋਂ ਵੀ ਸੁਝਾਅ ਦਿੱਤੇ ਜਾਂਦੇ ਵੀ ਤੁਸੀਂ ਇਹ ਦਵਾਈ ਲੈ ਲਓ, ਇਹਦੇ ਨਾਲ ਤੁਹਾਨੂੰ ਆਰਾਮ ਆਏਗਾ ਜਾਂ ਤੁਸੀਂ ਠੀਕ ਹੋ ਜਾਓਗੇ, ਪਰਹੇਜ਼ ਰੱਖੋ ਠੀਕ ਹੋ ਜਾਓਗੇ। ਤੇ ਇੰਜੈਕਸ਼ਨ ਵੀ ਅਸੀਂ ਦੇਖਿਆ ਕਿ ਕਾਫੀ ਲੱਗੇ ਨੇ। ਕੀ ਲੱਗਦਾ ਕਿਤੇ ਲੋਕ ਕਨਫਿਊਜ਼ ਤਾਂ ਨਹੀਂ ਹੋਣਗੇ ਵੀ ਭਰੋਸਾ ਕਿਵੇਂ ਹੋਊਗਾ ਲੋਕਾਂ ਨੂੰ ਵੀ ਕਿਹੜੀ ਦਵਾਈ ਲਈਏ ਅਸੀਂ? ਇਹ ਤਾਂ ਹਰ ਵਾਰੀ ਨਵੀਂ ਦਵਾਈ ਕੱਢ ਰਹੇ ਆ ਜਾਂ ਹਰ ਵਾਰੀ ਕੋਈ ਨਵੀਂ ਚੀਜ਼ ਆ ਰਹੀ ਆ ਬਈ ਇਹਦੇ ਨਾਲ ਕਰੋਨਾ ਠੀਕ ਹੋ ਜਾਏਗਾ ਤੁਹਾਡਾ, ਇਹਦੇ ਨਾਲ ਆਰਾਮ ਪੈ ਜਾਏਗਾ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਜਰਾ ਬੁਰਾ ਨਾ ਮਨਾਇਓ, ਕਿਉਂਕਿ ਮੈਂ ਇੱਕ ਸਾਇੰਟਿਸਟ ਹਾਂ ਅਤੇ ਸਾਇੰਟਿਸਟਾਂ ਨੂੰ ਇੱਕੋ ਹੀ ਗੱਲ ਸਿਖਾਈ ਜਾਂਦੀ ਆ, ਟਰੁੱਥ ਐਂਡ ਓਨਲੀ ਟਰੁੱਥ, ਐਕਸਟ੍ਰੈਕਸ਼ਨ ਆਫ ਟਰੁੱਥ ਫਰੋਮ ਟਰੁੱਥ। ਇਹ ਸਾਇੰਸ ਦੀਆਂ ਡੈਫੀਨੇਸ਼ਨਾਂ 'ਚੋਂ ਇੱਕ ਡੈਫੀਨੇਸ਼ਨ ਇਹ ਵੀ ਹੈਗੀ ਆ। ਮੈਂ ਤੁਹਾਨੂੰ ਇਹ ਦੱਸਦਾ ਕਿ ਕਨਫਿਊਜ਼ਨਾਂ ਪੈਦਾ ਕੀਤੀਆਂ WHO ਨੇ ਔਰ ਹਿੰਦੁਸਤਾਨ ਵਿੱਚ WHO ਦਾ ਜਿਹੜਾ ਏਜੰਟ ਹੈ ਉਹਨੂੰ ਹੀ ICMR ਦੇ ਨਾਂ 'ਤੇ ਜਾਣਦੇ ਹਾਂ,
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ। ਇਹਨਾਂ ਦੋਵਾਂ ਸੰਸਥਾਨਾਂ ਨੇ ਰਲ ਕੇ ਇੰਨੇ ਭਰਮ ਪੈਦਾ ਕੀਤੇ, ਇਹ ਤੁਹਾਨੂੰ ਦੱਸੀਏ। ਹੁਣ ਇੱਕ ਦਵਾਈਆਂ ਦੀ ਜਿਹੜੀ ਸਾਇੰਸ ਹੈ, ਡਰੱਗ ਸਾਇੰਸ ਆ, ਉਹਦਾ ਇੱਕ ਬੇਸਿਕ ਸਿਧਾਂਤ ਹੁੰਦਾ। ਮੈਂ ਤੁਹਾਨੂੰ ਮੋਟਾ ਜਿਹਾ ਦੱਸਦਾ। ਇੱਕ ਇਹ ਬੜੇ ਨੁਕਤੇ ਵਾਲੀ ਗੱਲ ਹੈ ਕਿ ਦੇਰ ਇਜ਼ ਨਾਟ ਏ ਪਿਲ ਫਾਰ ਐਵਰੀ ਇਲ ਬਟ ਐਵਰੀ ਪਿਲ ਇਜ਼ ਐਨ ਇਲ। ਇਹਦਾ ਪੰਜਾਬੀ 'ਚ ਜੇ ਅਸੀਂ ਕਹਾਂਗੇ ਤਾਂ ਇਹਦਾ ਮਤਲਬ ਹੁੰਦਾ ਕਿ ਹਰ ਬਿਮਾਰੀ ਦੀ ਦਵਾਈ ਹੈ ਨਹੀਂ, ਪਰ ਹਰ ਦਵਾਈ ਆਪਣੇ ਆਪ 'ਚ ਹੀ ਇੱਕ ਬਿਮਾਰੀ ਹੈ। ਇਹਨਾਂ ਨੇ ਕੀ ਹੋਇਆ, ਜਦੋਂ ਇਹ ਬਿਮਾਰੀ ਆਈ ਫਰਵਰੀ 2020 ਦੇ ਵਿੱਚ, ਕਿਉਂਕਿ ਬਿਮਾਰੀ ਆਉਂਦੀ ਆ ਦਸੰਬਰ 2019 'ਚ, ਚਾਈਨਾ ਤੋਂ ਸ਼ੁਰੂ ਹੁੰਦੀ ਆ। ਹੋ ਸਕਦਾ ਉਸ ਤੋਂ ਪਹਿਲਾਂ ਵੀ ਫੈਲੀ ਹੋਏ ਹੈ, ਪਰ ਉੱਥੇ ਜਾ ਕੇ ਡਾਇਗਨੋਜ਼ ਹੁੰਦੀ ਆ ਹੈ, ਹੋ ਸਕਦਾ ਤੇ ਮੁੜ ਕੇ ਸਾਰੀ ਦੁਨੀਆ ਵਿੱਚ ਡਾਇਗਨੋਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਆਨਨ ਫਾਨਨ ਦੇ ਵਿੱਚ ਫਰਵਰੀ ਔਰ ਮਾਰਚ ਦੇ ਵਿੱਚ ਇੱਕ ਦਵਾਈ ਜਿਹੜੀ ਜੀਕਾ ਵਾਇਰਸ ਦੀ ਦਵਾਈ ਆ, ਜੀਕਾ ਵਾਇਰਸ ਦਾ ਕੋਈ ਦੂਰ ਦੂਰ ਦਾ ਵੀ ਰਿਸ਼ਤਾ ਨਹੀਂ ਹੈ ਕਰੋਨਾ ਦੇ ਨਾਲ, ਰੈਮਡੇਸਿਵੀਰ, ਉਹਨੂੰ ਸਾਡੀ ਡਰੱਗ ਕੰਟਰੋਲਰ ਮਨਜ਼ੂਰ ਕਰ ਦਿੰਦਾ, ਅਮਰੀਕਾ ਦਾ ਡਰੱਗ ਕੰਟਰੋਲਰ ਮਨਜ਼ੂਰ ਕਰ ਦਿੰਦਾ, ਜਾਪਾਨ ਦਾ ਡਰੱਗ ਕੰਟਰੋਲਰ ਮਨਜ਼ੂਰ ਕਰ ਦਿੰਦਾ, ਔਰ ਲੋਕ ਤੜਾ ਤੜ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ, ਲੈਣਾ ਸ਼ੁਰੂ ਕਰ ਦਿੰਦੇ ਨੇ। ਮੁੜ ਕੇ ਦੇਖੋ ਜਰਾ, ਫੇਵੀਪੀਰਾਵੀਰ ਮਨਜ਼ੂਰ ਹੋ ਜਾਂਦੀ ਹੈ, ਟੋਸਲੀਜ਼ਮਾਬ ਮਨਜ਼ੂਰ ਹੋ ਜਾਂਦੀ ਹੈ, ਆਈਵਰਮੈਕਟਿਨ ਮਨਜ਼ੂਰ ਹੋ ਜਾਂਦੀ ਹੈ, ਹਾਈਡਰੋਕਸੀ ਕਲੋਰੋਕਵੀਨ ਮਨਜ਼ੂਰ ਹੋ ਜਾਂਦੀ ਹੈ। ਇਹ ਸਾਰੀਆਂ ਦਵਾਈਆਂ WHO ਇੱਕ ਟਾਈਮ ਦੇ ਉੱਤੇ ਇਹਨਾਂ ਦੀ ਸਿਫਾਰਿਸ਼ ਕਰਦਾ, WHO ਸਿਫਾਰਿਸ਼ ਕਰਦਾ, FDA ਅਮਰੀਕਾ ਵਾਲੇ ਇਹਨੂੰ ਮਨਜ਼ੂਰ ਕਰਦੇ, ਔਰ ਬਾਕੀ ਸਾਰੀ ਦੁਨੀਆ ਦੇ ਵਿੱਚ ਇਹ ਚੱਲਦੀਆਂ, ਇਵਨ ਬੰਗਲਾਦੇਸ਼, ਪਾਕਿਸਤਾਨ, ਹਰ ਜਗ੍ਹਾ ਚੱਲਦੀਆਂ, ਇੰਗਲੈਂਡ, ਜਰਮਨੀ। ਫਿਰ ਕੀ ਹੁੰਦਾ ਕਿ 12 ਅਕਤੂਬਰ, ਡੇਟ ਨੋਟ ਕਰਨ ਵਾਲੀ ਹੈ, 12 ਅਕਤੂਬਰ 2020 ਨੂੰ ਸੌਮਿਆ ਸਵਾਮੀਨਾਥਨ ਜਦੋਂ ਚੀਫ ਸਾਇੰਟਿਸਟ ਬਣ ਕੇ ਜਾਂਦੀ ਹੈ WHO ਦੀ, ਉਹ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕਰਦੀ ਹੈ। ਉਹਦੇ ਵਿੱਚ ਇਹ ਦੱਸਦੀ ਹੈ ਕਿ ਸਾਡੇ ਕੋਲ 882 ਹਸਪੀਟਲਾਂ ਦਾ ਡਾਟਾ ਆਇਆ, ਕਰੀਬ 23,000 ਤੋਂ ਉੱਪਰ ਪੇਸ਼ੈਂਟਸ ਦਾ ਡਾਟਾ ਆਇਆ, ਜਿਹੜਾ ਸਾਨੂੰ ਇਹ ਦੱਸਦਾ ਕਿ ਇਹ ਸਾਰੀਆਂ ਦਵਾਈਆਂ ਰੈਮਡੇਸਿਵੀਰ, ਫੈਵੀਪੀਰਾਵੀਰ, ਟੋਸਲੀਜ਼ਮਾਬ, ਆਈਵਰਮੈਕਟਿਨ, ਹਾਈਡਰੋਕਸੀ ਕਲੋਰੋਕਵੀਨ, ਇਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਕਰੋਨਾ ਦੇ ਉੱਤੇ। ਤੇ ਅਸੀਂ ਸਰਕਾਰਾਂ ਨੂੰ ਸਿਫਾਰਿਸ਼ ਕਰਦੇ ਕਿ ਦਵਾਈਆਂ ਤਤਕਾਲ ਬੰਦ ਕਰ ਦਿਓ, ਉਹਦੇ ਬਾਵਜੂਦ ਕਿਤੇ ਵੀ ਬੰਦ ਨਹੀਂ ਹੁੰਦੀਆਂ। ਪਹਿਲਾਂ ਚਲਾਈ ਗਏ, ਫਿਰ ਇੱਕਦਮ ਹੀ ਸਾਰਾ ਕੁਝ ਬੰਦ ਕਰਤਾ। ਪਹਿਲਾਂ ਯਕੀਨ ਦਵਾਈ ਗਿਆ ਸਹੀ ਹੈ, ਉਸ ਤੋਂ ਬਾਅਦ ਕਹਿੰਦੇ ਗਲਤ ਆ। ਕਨਫਿਊਜ਼ਨ ਤੇ ਖੁਦ ਕ੍ਰੀਏਟ ਕੀਤੀ ਨਾ ਉਹਨਾਂ। ਬਿਲਕੁਲ ਉਹੀ ਕਨਫਿਊਜ਼ਨ ਆ ਲੋਕਾਂ ਨੂੰ ਵੀ ਕਿਹੜੀ ਦਵਾਈ ਲਈਏ ਕਿਹੜੀ ਨਹੀਂ ਲਈਏ। ਫਿਰ ਸੋਚੋ ਦੁਬਾਰਾ ਉਹ ਸਾਰੇ ਪਾਸੇ ਵਿਕਦੀਆਂ। ਅਸੀਂ ਦੇਖਿਆ ਕਿ 5,000 ਦਾ ਇੰਜੈਕਸ਼ਨ ਰੈਮਡੇਸਿਵੀਰ ਦਾ 1.5 ਲੱਖ ਦਾ ਵਿਕਿਆ। ਫਿਰ ਅੱਗੇ ਥੋੜਾ ਜਿਹਾ ਅੱਗੇ ਆਓ, ਫਿਰ ਮਹੀਨਾ ਆ ਜਾਂਦਾ ਜੀ ਅਪ੍ਰੈਲ ਦਾ 2021 ਦੀ, ਫਿਰ 12 ਤਰੀਕ ਨੂੰ ਫਿਰ ਉਹੀ ਸੌਮਿਆ ਸਵਾਮੀਨਾਥਨ ਦੁਬਾਰਾ ਪ੍ਰੈਸ ਕਾਨਫਰੰਸ ਕਰਦੇ, ਆਪਣੀ ਪੂਰੀ ਟੀਮ ਲੈ ਕੇ ਆਉਂਦੀ ਹੈ। ਇਸ ਵਾਰ ਉਹ ਇਕੱਲੀ ਨਹੀਂ ਆਉਂਦੀ, ਆਪਣੀ ਪੂਰੀ ਟੀਮ ਲੈ ਕੇ ਆਉਂਦੀ ਹੈ। ਆਪਣੀ ਜਦੋਂ ਪੂਰੀ ਟੀਮ ਲੈ ਕੇ ਆਉਂਦੀ ਹੈ, ਫਿਰ ਇਹੋ ਹੀ ਗੱਲ ਕਹਿੰਦੀ ਹੈ ਕਿ ਅਸੀਂ ਤਾਂ 6 ਮਹੀਨੇ ਪਹਿਲੇ ਕਿਹਾ ਸੀ ਇਹਨੂੰ ਬੰਦ ਕਰ ਦਿਓ, ਤੁਸੀਂ ਅਜੇ ਵੀ ਨਹੀਂ ਬੰਦ ਕੀਤੀਆਂ। ਔਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਮੁਲਕ 'ਚ ਅਜੇ ਵੀ ਵਿਕ ਰਹੀ ਹੈ, ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ ਅਜੇ ਵੀ ਵਿਕ ਰਹੀ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਤੁਹਾਨੂੰ ਮੈਂ ਸਿਧਾਂਤ ਦੱਸਿਆ ਮੈਡੀਕਲ ਸਾਇੰਸ ਦਾ, ਦੇਰ ਇਜ਼ ਨਾਟ ਏ ਪਿਲ ਫਾਰ ਐਵਰੀ ਇਲ ਬਟ ਐਵਰੀ ਪਿਲ ਇਜ਼ ਐਨ ਇਲ। ਹੁਣ ਕਰੋਨਾ ਦੇ ਮਰੀਜ਼ ਬਾਰੇ ਸੋਚੋ। ਹੁਣ 2 ਨੁਕਤਿਆਂ 'ਤੇ ਗੱਲ ਕਰੋ। ਪਹਿਲੀ ਗੱਲ ਹੈ ਕਿ ਪਹਿਲਾ ਨੁਕਤਾ ਅਸੀਂ ਬਾਅਦ 'ਚ ਡਿਸਕਸ ਕਰਾਂਗੇ, ਦੂਜੇ ਨੁਕਤੇ 'ਤੇ ਗੱਲ ਕਰਦੇ ਹਾਂ ਕਿ ਇੱਕ ਕਰੋਨਾ ਦਾ ਮਰੀਜ਼ ਆ, ਉਹ ਤਾਂ ਵਿਚਾਰਾ ਪਹਿਲਾਂ ਹੀ ਜ਼ਿੰਦਗੀ ਮੌਤ 'ਚ ਝੂਲ ਰਿਹਾ, ਜਿਵੇਂ ਹਵਾ ਦਾ ਝੋਕਾ ਆਇਆ ਤੋਂ ਮਰ ਗਿਆ, ਹਵਾ ਦਾ ਝੋਕਾ ਆਇਆ ਤੋਂ ਜੀ ਗਿਆ ਹੈ। ਤੇ ਅਸੀਂ ਉਹਨੂੰ ਦਵਾਈ ਦੇ ਦਿੱਤੀ, ਰੈਮਡੇਸਿਵੀਰ ਵਰਗੀ, ਫੈਵੀਪੀਰਾਵੀਰ ਵਰਗੀ, ਟੋਸਲੀਜ਼ਮਾਬ ਵਰਗੀ। ਹੁਣ ਉਹ ਦਵਾਈ ਜਿਹੜੀ ਆ, ਹੁਣ WHO ਦੇ ਮੁਤਾਬਕ ਉਹਨੇ ਫਾਇਦਾ ਤਾਂ ਕੋਈ ਕੀਤਾ ਨਹੀਂ ਹੈ, ਪਰ ਸਾਈਡ ਇਫੈਕਟ ਤੇ ਹਰ ਦਵਾਈ ਦਾ ਹੁੰਦਾ, ਪੈਰਾਸੀਟਾਮੋਲ ਦਾ ਵੀ ਹੁੰਦਾ ਹੈ, ਐਨਲਜੀਨ ਦਾ ਵੀ ਹੁੰਦਾ। ਤੇ ਉਹ ਤਾਂ ਇੰਨੀ ਸਟਰੋਂਗ ਐਂਟੀਵਾਇਰਲ ਆ, ਜੀਕਾ ਵਾਇਰਸ ਦੀ ਦਵਾਈ, ਉਹਨੇ ਜਦੋਂ ਉਹ 'ਤੇ ਜਾ ਕੇ ਸਾਈਡ ਇਫੈਕਟ ਮਾਰਿਆ, ਜਿਹੜੇ ਕਰੋਨਾ ਦੇ ਮਰੀਜ਼ ਨੇ ਬਚਣਾ ਸੀ ਉਹ ਮਰ ਗਏ। ਉਹਨਾਂ ਮੌਤਾਂ ਦਾ ਜ਼ਿੰਮੇਦਾਰ ਕੌਣ ਆ? ਕੀ ਇਹ ਡਰੱਗ ਕੰਟਰੋਲਰ ਆਫ ਇੰਡੀਆ, ਇਹ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਇਹ WHO ਵਾਲੀ ਜ਼ਿੰਮੇਵਾਰੀ ਲੈਣਗੇ? ਕੋਈ ਜ਼ਿੰਮੇਵਾਰੀ ਨਹੀਂ ਲਏਗਾ। ਇਹ ਬਹੁਤ ਬੜਾ ਸਕੈਂਡਲ ਹੋਇਆ ਸਾਡੇ ਸਾਹਮਣੇ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਬੇਵਕੂਫੀ ਕਰੇ ਤੇ ਕਿਸੇ ਦਾ ਨੁਕਸਾਨ ਹੋ ਜਾਏ, ਗੱਲ ਸਮਝ ਆਉਂਦੀ ਆ। ਸਮਝਦਾਰ ਜਦੋਂ ਬੇਵਕੂਫੀ ਕਰੇ, ਬੇਵਕੂਫੀਆਂ 'ਤੇ ਉਤਰ ਆਏ, ਤੇ ਫਿਰ ਕਿਸੇ ਨੂੰ ਬੇਵਕੂਫੀਆਂ ਤੋਂ ਕੌਣ ਬਚਾਏਗਾ? ਇਸ ਕਰਕੇ ਦਵਾਈਆਂ ਦੇ ਨਾਂ 'ਤੇ ਹੋਇਆ। ਅਸੀਂ ਇੱਕ ਦਵਾਈ ਲੈ ਕੇ ਗਏ ਹਾਂ, ਅਸੀਂ ICMR ਨੂੰ ਪ੍ਰਪੋਜ਼ ਕਰ ਰਹੇ ਹਾਂ। ਆਹ ਮੇਰੇ ਕੋਲ ICMR ਦਾ ਹੀ ਡਾਕੂਮੈਂਟ ਆ, ਮੈਂ ਕੋਈ ਝੂਠ ਥੋੜ੍ਹੀ ਬੋਲਦਾ ਹੈ। ਸਾਡੀ ਦਵਾਈ ਨੂੰ ਵੀ ਮਨਜ਼ੂਰ ਕਰ ਦਿੰਦੇ, ਘੱਟੋ ਘੱਟ ਸਾਨੂੰ ਟਰਾਇਲ ਵਾਸਤੇ ਹੀ ਮਨਜ਼ੂਰ ਕਰ ਦਿੰਦੇ। ਤੁਸੀਂ ਟਰਾਇਲ ਖੁਦ ਨਹੀਂ ਸੀ ਕਰਨਾ, ਸਾਨੂੰ ਕਹਿ ਦਿੰਦੇ ਕਰਨ ਵਾਸਤੇ, ਜਾਂ ਤੁਸੀਂ ਖੁਦ ਹੀ ਕਰ ਲੈਂਦੇ। ਇਹਨੂੰ ਕਿਹੜਾ ਕੰਡੇ ਲੱਗੇ ਹੋਏ ਸੀ? ਭਾਰਤ ਬਾਇਓਟੈਕ ਨਾਲ ਵੀ ਤਾਂ ਤੁਸੀਂ ਸਾਂਝਾ ਪ੍ਰੋਜੈਕਟ ਕੀਤਾ, ਸਾਡੇ ਨਾਲ ਸਾਂਝਾ ਪ੍ਰੋਜੈਕਟ ਕਰਦਾ ਤੁਹਾਨੂੰ ਕੀ ਤਕਲੀਫ ਹੁੰਦੀ ਸੀ? ਅੱਜ ਜੇ ਅਸੀਂ 5.25 ਲੱਖ ਲੋਕ ਮਰ ਗਏ ਕਰੋਨਾ ਦੇ ਨਾਲ, ਉਹਦੇ ਨਾਲ ਜੋ 2-2.5 ਲੱਖ ਲੋਕ ਜਿੰਦੇ ਹੁੰਦੇ, ਆਪਣੇ ਪਰਿਵਾਰਾਂ 'ਚ ਬੈਠੇ ਹੁੰਦੇ, ਤੇ ਕਿੰਨਾ ਚੰਗਾ ਹੁੰਦਾ ਬਾਈਬਲ 'ਚ ਲਿਖਿਆ ਹੈ ਕਿ ਅਗਰ ਤੁਸੀਂ ਇੱਕ ਵੀ ਜ਼ਿੰਦਗੀ ਬਚਾਉਂਦੇ ਹੋ ਤਾਂ ਬੜਾ ਸਵਾਬ ਦਾ ਕੰਮ ਆ। ਜੇ ਅਸੀਂ ਲੱਖਾਂ ਜ਼ਿੰਦਗੀਆਂ ਬਚਾ ਲੈਂਦੇ ਤਾਂ ਕਿੰਨਾ ਚੰਗਾ ਹੁੰਦਾ। ਕਹਿ ਸਕਦੇ ਹਾਂ ਆਪ ਦਾ ਹੀ ਫਾਇਦਾ ਸੋਚਿਆ ਬਸ, ਹੋਰ ਤਾਂ ਗੱਲ ਕੋਈ ਨਹੀਂ ਹੈਗੀ। ਜਦੋਂ ਜੀ ਕੀਤਾ ਗੱਲ ਸ਼ੁਰੂ ਕਰਤੀ, ਜਦੋਂ ਜੀ ਕੀਤਾ ਬੰਦ ਕਰਤੀ, ਕਿਸੇ ਦੀ ਪਰਵਾਹ ਕੋਈ ਨਹੀਂ। ਅਸਲ ਦੇ ਵਿੱਚ ਕੁਝ ਸਿਸਟਮ ਇਹੋ ਜਿਹਾ ਬਣ ਗਿਆ, WHO
ਸੰਸਥਾ ਬਣਾਈ ਤਾਂ ਬੜੇ ਚੰਗੇ ਕੰਮਾਂ ਵਾਸਤੇ ਗਈ ਸੀ, ਪਰ ਹੌਲੀ ਹੌਲੀ ਕਾਰਪੋਰੇਟ ਘਰਾਣੇ ਉਹਦੇ ਵਿੱਚ ਘੁਸਪੈਠ ਕਰ ਗਏ। ਕਾਰਪੋਰੇਟ ਘਰਾਣੇ ਘੁਸਪੈਠ ਕਰ ਗਏ। ਅੱਜ ਕੱਲ੍ਹ ਦੁਨੀਆ ਦੀਆਂ ਬੜੀਆਂ ਬੜੀਆਂ ਸੰਸਥਾਵਾਂ ਤੇ ਕਾਰਪੋਰੇਟ ਘਰਾਣਿਆਂ ਨੇ ਘੁਸਪੈਠ ਕੀਤੀ ਹੋਈ ਹੈ। ਸਾਨੂੰ ਲੱਗਦਾ ਹੈ ਕਿ ਸਰਕਾਰਾਂ ਸਾਡੇ ਵਾਸਤੇ ਨਿਯਮ ਬਣਾ ਰਹੀਆਂ ਨੇ, ਨਹੀਂ, ਇਹ ਬੇਸਿਕਲੀ ਕਾਰਪੋਰੇਟ ਘਰਾਣੇ ਹੀ ਕਾਨੂੰਨ ਬਣਾਉਂਦੇ ਨੇ। ਹੁਣ ਦੱਸੋ ਕਿ ਮੈਂ ਤੁਹਾਨੂੰ ਦੱਸਦਾ, ਮੇਰੇ ਕੋਲ ਇੱਥੇ ਚਿੱਠੀ ਪਈ ਹੈ, ਇਹ ਸਰਕਾਰ ਦੀ ਚਿੱਠੀ ਹੈ। ਇਹ ਮੈਂ ਤਾਂ ਨਹੀਂ ਲਿਖੀ ਨਾ, ਆਹ ਦੇਖੋ, ਆਹ ਚਿੱਠੀ ਸਰਕਾਰ ਦੀ ਹੈ, ਇਹ ਗੌਰਮੈਂਟ ਦੀ ਚਿੱਠੀ ਹੈ। ਇਹ ਚਿੱਠੀ ਤੇ ਇਹ ਲਿਖਿਆ, ਇਹਨੂੰ ਜਦੋਂ ਇੱਕ ਤੇ ਅਣਜਾਣ ਬੰਦਾ ਪੜ੍ਹੇਗਾ ਤੇ ਉਹਨੂੰ ਇਹਦਾ ਮਤਲਬ ਹੀ ਨਹੀਂ ਸਮਝ ਆਉਣਾ। ਜੇ ਮੇਰੇ ਵਰਗਾ ਟੈਕਨੀਕਲ ਬੰਦਾ ਪੜ੍ਹੇਗਾ ਤੇ ਇਹਦਾ ਮਤਲਬ ਇਹ ਲਿਖਿਆ ਹੈ ਕਿ ਜੇ ਤੁਹਾਡੇ ਕੋਲ 1.5-2 ਹਜ਼ਾਰ ਕਰੋੜ ਰੁਪਈਆ ਹੈਗਾ ਤੇ ਆ ਜਾਓ, ਤੁਹਾਡੀ ਦਵਾਈ ਦਾ ਟ੍ਰਾਇਲ ਕਰਦੇ। ਅੱਛਾ ਜੀ, ਮਤਲਬ ਪੈਸੇ ਲੈ ਕੇ ਟ੍ਰਾਇਲ ਸ਼ੁਰੂ ਕਰਨਾ ਵਾ। ਮਤਲਬ ਇੱਕ ਤਾਂ ਬੰਦੇ ਨੇ ਖੋਜ ਕੀਤੀ ਆ, ਦੁਨੀਆ ਦੀ ਸੋਚ ਰਿਹਾ, ਉਸ ਤੋਂ ਬਾਅਦ ਪੈਸੇ ਦੇ ਕੇ ਹੀ ਉਹਦਾ ਕੰਮ ਕੀਤਾ ਜਾਊਗਾ। ਨਾ 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 ਨਾ, ਇਹਦਾ ਇੱਕ ਦੂਜਾ ਐਂਗਲ ਆ ਵੀ ਤੁਹਾਡੀ ਔਕਾਤ ਹੈਗੀ ਆ 1.5-2 ਹਜ਼ਾਰ ਕਰੋੜ ਦੀ। 1.5-2 ਹਜ਼ਾਰ ਕਰੋੜ ਦੀ ਔਕਾਤ ਤੇ ਕਾਰਪੋਰੇਟ ਘਰਾਣੇ ਦੀ ਹੁੰਦੀ ਹੈ ਨਾ। ਉਹ ਕਹਿ ਦੇਣਗੇ ਤੁਹਾਡੇ ਕੋਲ GCP ਹੈਗੀ ਹੈ, ਤੁਹਾਡੇ ਕੋਲ GLP ਹੈਗੀ ਹੈ, ਤੁਹਾਡੇ ਕੋਲ GMP ਹੈਗੀ ਹੈ। ਇਹ GLP ਔਰ GMP ਤੇ 250-300 ਕਰੋੜ ਦੀਆਂ ਗੱਲਾਂ ਨੇ ਦੋਨੋਂ ਹੀ, ਯਾਨੀ 500-600 ਕਰੋੜ ਤੇ ਇਹ ਹੀ ਹੋ ਗਿਆ ਹੈ। GCP ਤੇ ਸਿੱਧੀ 1000-1200 ਕਰੋੜ ਦੀ, ਯਾਨੀ ਕਿ ਤੁਹਾਡੇ ਕੋਲ 1500-2000 ਕਰੋੜ ਰੁਪਈਆ ਹੈਗਾ। ਯਾਨੀ ਇਹ ਕਿਹਦੇ ਕੋਲ ਹੁੰਦਾ? ਇੱਕ ਸਾਇੰਟਿਸਟ, ਦੁਨੀਆ ਦੇ ਸਾਇੰਟਿਸਟ, ਚਾਹੇ ਕੋਈ ਵੀ ਹੋਏ, ਚਾਹੇ ਉਹ ਥਾਮਸ ਐਲਵਾ ਐਡੀਸਨ ਹੀ ਕਿਉਂ ਨਾ ਹੋਏ, ਚਾਹੇ ਉਹ ਨਿਊਟਨ ਹੀ ਕਿਉਂ ਨਾ ਹੋਏ, ਚਾਹੇ ਉਹ ਆਇਨਸਟੀਨ ਹੀ ਕਿਉਂ ਨਾ ਹੋਏ, ਚਾਹੇ ਦੁਨੀਆ ਦੀ ਸਭ ਤੋਂ ਵੱਡੀ ਸਬਸਟੀਕੇਟਡ ਖੋਜ ਕਰਨ ਵਾਲਾ ਫਿਲਿਪ ਹਾਮਸ ਵਰਥ ਹੀ ਕਿਉਂ ਨਾ ਹੋਏ। ਤੇ ਉਹ ਕਹਿਣ ਦਾ ਮਤਲਬ ਜਿਹਨੇ ਟੈਲੀਵਿਜ਼ਨ ਦੀ ਖੋਜ ਕੀਤੀ ਸੀ, ਉਹ 14 ਸਾਲ ਦੇ ਬੱਚੇ ਨੇ ਕੀਤੀ ਸੀ। ਉਹਨਾਂ ਕੋਲ ਵਿਚਾਰਿਆਂ ਕੋਲ ਪੈਸੇ ਕਿੱਥੇ ਹੁੰਦੇ ਆ? ਸਾਇੰਟਿਸਟ ਤਾਂ ਬੜੇ ਹੀ ਗਰੀਬ ਘਰਾਂ 'ਚ ਆਉਂਦੇ ਨੇ, ਬੜੇ ਹੀ ਆਮ ਘਰਾਂ 'ਚ ਆਉਂਦੇ ਨੇ। ਉਹ 1500-2000 ਕਰੋੜ ਰੁਪਏ ਕਿੱਥੋਂ ਲੈ ਕੇ ਆਉਣਗੇ? ਮਤਲਬ ਜਾ ਕੇ ਕਾਰਪੋਰੇਟ ਘਰਾਣਿਆਂ ਦੇ ਪੈਰ ਪਕੜ ਲਓ। ਕਾਰਪੋਰੇਟ ਘਰਾਣਿਆਂ ਨੂੰ ਦਿਲ ਕਰੇਗਾ ਤੁਹਾਨੂੰ 4 ਛਿੱਲੜ ਦੇ ਦੇਣਗੇ, ਨਹੀਂ ਦੇਣਗੇ ਤੇ ਉਹ ਕਹਿਣ ਦਾ ਮਤਲਬ ਇਹ ਹੋਏਗਾ ਕਿ ਉਹ ਖੋਜ ਤੇ ਸਾਰੀ ਲੈ ਗਏ। ਅੱਛਾ ਡਾਕਟਰ ਸਾਹਿਬ, ਜੇ ਮੈਂ ਤੁਹਾਨੂੰ ਪੁੱਛਾਂ ਕਿ ਹੁਣ ਜਿਵੇਂ ਕਹਿ ਰਿਹਾ ਕਰੋਨਾ ਦੁਬਾਰਾ ਦਸਤਕ ਦੇ ਰਿਹਾ ਔਰ ਤੇਜ਼ੀ ਦੇ ਨਾਲ ਮਾਮਲੇ ਪਿੱਛੇ ਹੀ ਇਹਨਾਂ ਨੇ ਕੱਢੇ ਵੀ ਆ, ਸੋ ਜੇ ਤੁਹਾਡੀ ਇਹ ਦਵਾਈ ਪ੍ਰੋਪਰ ਵੇ ਦੇ ਨਾਲ ਮਾਰਕੀਟ 'ਚ ਲਾਂਚ ਹੁੰਦੀ ਹੈ ਤਾਂ ਕਿੰਨਾ ਮਾਤਰਾ ਦੇ ਵਿੱਚ ਆਰਾਮ ਮਿਲੇਗਾ ਲੋਕਾਂ ਨੂੰ? ਹੈ ਵੀ ਹੈ ਲਾਭਦਾਇਕ, ਨਹੀਂ ਵੀ ਹੈ? ਇਹਦੀ ਤੁਸੀਂ ਲੈਂਦੇ ਹੋ ਕੋਈ ਜ਼ਿੰਮੇਵਾਰੀ ਜਾਂ ਕੋਈ ਕਹਿਣਾ ਚਾਹੋਗੇ? ਦੇਖੋ ਜੀ, ਇਹ ਦਵਾਈ ਮੇਰੇ ਕੋਲ ਹੈ, ਐਲਪ੍ਰੋਸਕਸਮ ਨਾਂ ਦੇ। ਇਹ ਦਵਾਈ ਅਸੀਂ ਮਾਣ ਦੀ ਗੱਲ ਨਹੀਂ ਕਰਦੇ, ਗਰੂਰ ਦੀ ਗੱਲ ਨਹੀਂ ਕਰਦੇ, ਪਰ ਜਦੋਂ ਇਹ ਦਵਾਈ, ਕਿਉਂਕਿ ਹੁਣ ਤੇ ਸਰਕਾਰ ਨੇ ਮਨਜ਼ੂਰ ਕਰ ਦਿੱਤੀ, ਹੁਣ ਇਹ ਮਾਰਕੀਟ 'ਚ ਆਏਗੀ ਵੀ ਤੇ ਵਿਕੇਗੀ ਵੀ, ਲੋਕ ਲੈਣਗੇ ਵੀ, ਸਿੱਧੀ ਜੀ ਗੱਲ। ਤੇ ਇਹਦੇ ਰਿਜ਼ਲਟ ਲੋਕ ਖੁਦ ਦੇਖਣਗੇ, ਇਹਦੇ ਰਿਜ਼ਲਟ ਲੋਕ ਖੁਦ ਦੇਖਣਗੇ। ਸਾਡੇ ਮੇਰੇ ਕੋਲ ਤਾਂ ਇਹ ਦਵਾਈ ਦਾ ਇੰਨਾ ਡਾਟਾ ਪਿਆ, ਇੰਨਾ ਡਾਟਾ ਪਿਆ। ਮੈਂ ਤਾਂ ਨਹੀਂ ਕਹਿੰਦਾ ਕਿ ਮੇਰੇ ਸਿਰ 'ਤੇ ਹੀ ਸਿਹਰਾ ਬੰਦ ਹੋ ਹੈ, ਇਹਦੇ ਉੱਤੇ ਪਹਿਲਾਂ ਵੀ ਬੜਾ ਕੰਮ ਹੋ ਚੁੱਕਿਆ। ਇਹ ਦਵਾਈਆਂ ਜਿਹੜੇ ਇਹ 4 ਲੱਛਣਾਂ ਵਾਸਤੇ ਮਨਜ਼ੂਰ ਹੋਈ ਆ, ਪਹਿਲੀ ਗੱਲ ਬੁਖਾਰ ਤੇ ਸਾਰੇ ਬਦਨ ਦਾ ਟੁੱਟਣਾ, ਸਾਰੇ ਸਰੀਰ ਦੇ ਵਿੱਚ ਦਰਦਾਂ, ਦੂਜਾ ਖਾਂਸੀ, ਕੁੱਤਾ ਖਾਂਸੀ, ਦਰਦਨਾਕ ਖਾਂਸੀ, ਤੀਜਾ ਸਾਹ ਨਲੀ ਦੀ ਰੁਕਾਵਟ, ਸਾਹ ਲੈਣ ਦੇ ਵਿੱਚ ਤਕਲੀਫ, ਜਿਹਨੂੰ ਜਿਵੇਂ ਦਮੇ ਦੇ ਦੌਰੇ ਪੈਂਦੇ, ਚੌਥਾ ਅੰਦਰੂਨੀ ਅੰਗਾਂ ਦੀ ਸੋਜਸ਼। ਇਹ ਤਾਂ ਸਰਕਾਰ ਨੇ ਕਿਹਾ ਨਾ, ਸਰਕਾਰ ਨੇ ਮਨਜ਼ੂਰੀ ਦਿੱਤੀ ਆ ਨਾ, ਤੇ ਇਹੋ ਜਿਹੇ ਲੱਛਣ ਕਰੋਨਾ ਦੇ ਨੇ। ਔਰ ਮੌਤਾਂ ਤੇ ਅੰਦਰੂਨੀ ਅੰਗਾਂ ਦੀ ਸੋਜਸ਼ ਕਰਕੇ ਹੁੰਦੀਆਂ ਨੇ। ਜਦੋਂ ਸਰਕਾਰ ਖੁਦ ਮੰਨਦੀ ਹੈ ਇਸ ਗੱਲ ਨੂੰ, ਤੇ ਟਰਾਇਲ ਤਾਂ ਕੀ ਆ, ਸਰਕਾਰ ਨੂੰ ਖੁਦ ਹੀ ਪਤਾ ਹੋਣਾ ਚਾਹੀਦਾ ਕਿ ਦਵਾਈ ਫਾਇਦਾ ਕਰਨ ਵਾਲੀ ਹੈ। ਦੂਜੀ ਗੱਲ, ਜਦੋਂ ਲੋਕ ਲੈਣਗੇ ਲੋਕਾਂ ਨੂੰ ਫਾਇਦਾ ਹੋਏਗਾ। ਜਿਸ ਤੱਕ ਅਸੀਂ ਇਹਦਾ ਦੇਖਿਆ, ਇਹ ਤਾਂ ਮੁਰਦਿਆਂ 'ਚ ਜਾਨ ਪਾਉਣ ਵਾਲੀ ਦਵਾਈ ਹੈ, ਇਹ ਤਾਂ ਮੁਰਦਿਆਂ 'ਚ ਜਾਨ ਪਾਉਣ ਵਾਲੀ ਦਵਾਈ ਹੈ। ਮੈਂ ਤਾਂ ਕਦੇ ਕਦੇ ਇਹਨੂੰ ਸੰਜੀਵਨੀ ਵੀ ਬੋਲਦਾ ਹੁੰਦਾ, ਕਿਉਂਕਿ ਇਹੋ ਜਿਹੀਆਂ ਜੜੀਆਂ ਬੂਟੀਆਂ ਤੋਂ ਇਹ ਬਣੀ ਹੋਈ ਹੈ। ਦੂਜੀ ਗੱਲ ਇਹ ਹੈਗੀ ਆ ਕਿ ਇਹ ਦਵਾਈ ਜਿਹੜੀ ਹੈਗੀ ਆ, ਆਉਣ ਦੇ ਨਾਲ ਕਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਬਹੁਤ ਥੱਲੇ ਚਲਾ ਜਾਏਗਾ, ਬਹੁਤ ਨੀਚੇ ਗਿਰੇਗਾ। ਕਰਦੇ ਹੋ ਦਾਵਾ, ਕਰਦੇ ਹੋ ਤੁਸੀਂ? ਪੱਕਾ ਦਾਵਾ ਇਹਦੇ 'ਚ ਤਾਂ ਮੈਂ ਅੱਖ ਬੰਦ ਕਰਕੇ ਦਾਵਾ ਕਰਾਂਗਾ। ਕਿਉਂਕਿ ਦੂਜੀ ਗੱਲ ਹੈ ਕਿ ਐਜ ਏ ਸਾਇੰਟਿਸਟ ਮੇਰੇ ਕੋਲ ਜੋ ਡਾਟਾ ਪਿਆ, ਮੈਂ ਤਾਂ ਚਾਹੁੰਦਾ ਸੀ ਮੈਂ ਸਾਰਾ ਡਰੱਗ ਕੰਟਰੋਲਰ ਨੂੰ ਮੈਂ ਦਿਖਾਵਾਂ, ਉਹਨੂੰ ਇਹ ਦੱਸਾਂ ਕਿ ਭਾਈ ਕੁਛ ਨਹੀਂ ਹੈਗਾ। ਬਾਕੀ ਇੱਥੇ ਆ ਗਜਟ ਆਫ ਇੰਡੀਆ ਮੇਰੇ ਕੋਲ ਪਿਆ ਹੈ, ਉਹਦੀਆਂ ਤੁਹਾਨੂੰ ਮੈਂ ਧਾਰਾਵਾਂ ਵੀ ਦਿਖਾ ਦੇਣਾ। ਇਹ ਗਜਟ ਆਫ ਇੰਡੀਆ ਦੇ ਡਾਕੂਮੈਂਟ ਸਾਰੇ ਪਏ ਮੇਰੇ। ਇਹ ਆਹ ਦੇਖੋ, ਇਹ ਗਜਟ ਆਫ ਇੰਡੀਆ ਪਿਆ, ਇਹ ਨਿਊ ਡਰੱਗ ਐਂਡ ਕਲੀਨਿਕਲ ਟਰਾਇਲ ਰੂਲ ਹੈ। ਤੇ ਇਹਦੇ ਹਿਸਾਬ ਦੇ ਨਾਲ ਇਹ ਦਵਾਈ ਤਾਂ ਮਨਜ਼ੂਰ ਹੋਣੀ ਬਣਦੀ ਹੀ ਆਈ ਐਲੋਪੈਥੀ ਦੇ ਵਿੱਚ। ਅਗਰ ਇਹ ਐਲੋਪੈਥੀ 'ਚ ਬਣਦੀ, ਹੁਣ ਦੇਖੋ ਇਹਦੀ ਕੀਮਤ ਆ 320 ਰੁਪਏ, ਅਗਰ ਇਹ ਐਲੋਪੈਥੀ 'ਚ ਬਣ ਜੇ ਤਾਂ 100 ਰੁਪਏ ਥੱਲੇ ਚਲ ਜਾਣੀ ਨੈਚੁਰਲੀ, ਕਿਉਂਕਿ ਉਹਦੇ 'ਤੇ ਮਾਸ ਪ੍ਰੋਡਕਸ਼ਨ ਆਉਂਦੀ ਆ, ਔਰ ਇਹਦੇ 'ਤੇ ਪੈਸਾ ਲਾਉਣ ਵਾਲੀਆਂ ਜਿਵੇਂ ਕੰਪਨੀਆਂ ਲਾਈਨ ਲਗਾ ਕੇ ਖੜੀਆਂ ਹੋ ਜਾਣੀਆਂ। ਤੇ ਭਾਈ ਤੁਸੀਂ ਕਿਉਂ ਰੋਕ ਰਹੇ ਹੋ ਉਹਨੂੰ ਲੋਕਾਂ ਤੱਕ ਪਹੁੰਚਣ ਤੋਂ? ਚਲੋ ਅਸੀਂ ਆਯੁਰਵੇਦ 'ਚ ਤਾਂ ਬਣਾ ਹੀ ਰਹੇ ਹਾਂ, ਆਯੁਰਵੇਦ 'ਚ ਅਸੀਂ ਵੇਚਾਂਗੇ ਵੀ। ਤੇ ਉਹ ਕਹਿਣ ਦਾ ਮਤਲਬ ਇਹ ਆ, ਆਯੁਰਵੇਦ 'ਚ ਪਹੁੰਚਣ ਦੇ ਵਿੱਚ ਤੇ ਐਲੋਪੈਥੀ 'ਚ ਵਿੱਚ ਪਹੁੰਚਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਐਲੋਪੈਥੀ 'ਚ ਮਨਜ਼ੂਰ ਹੋਏਗੀ ਤੇ ਪੂਰੀ ਦੁਨੀਆ 'ਤੇ ਜਾਏਗੀ। ਕੱਲ੍ਹ ਦੀ ਦੁਨੀਆ ਐਲੋਪੈਥਿਕ ਤੇ ਵਿਸ਼ਵਾਸ ਵੀ ਕਰਦੀ ਹੈ ਜ਼ਿਆਦਾ। ਐਲੋਪੈਥੀ 'ਤੇ ਵਿਸ਼ਵਾਸ ਕਰਦੀ ਆ, ਉਹਦੇ ਕੁਛ ਇੱਕ ਤਾਂ ਇਤਿਹਾਸਿਕ ਕਾਰਨ ਨੇ, ਦੂਜਾ ਕੁਛ ਸਾਇੰਟੀਫਿਕ ਕਾਰਨ ਵੀ ਨੇ।
ਕਿਉਂਕਿ ਐਲੋਪੈਥੀ ਜਿਹੜੀ ਹੈ ਨਾ ਕਿ ਸਾਇੰਸ ਦੇ 3 ਸਿਧਾਂਤ ਹੁੰਦੇ ਨੇ ਬੇਸਿਕਲੀ, ਜਿਹੜੀ ਚੀਜ਼ ਦੇ ਉੱਤੇ ਵਿਸ਼ਵਾਸ ਬਣਦਾ ਉਹਨੂੰ ਹੀ ਬੋਲਦੇ ਆ ਵੈਰੀਫਾਇਬਿਲਟੀ, ਰਿਪੀਟੇਬਿਲਟੀ ਐਂਡ ਸਸਟੇਨੇਬਿਲਟੀ। ਸਾਇੰਸ ਦੇ 3 ਇਸ਼ੂ ਹੁੰਦੇ ਨੇ। ਕਿਉਂਕਿ ਜਿਹੜੀ ਚੀਜ਼ ਨੂੰ ਵੈਰੀਫਾਈ ਕੀਤਾ ਜਾ ਸਕਦਾ ਹੋਏ, ਸਸਟੇਨੇਬਲ ਹੋਏ, ਤੇ ਰਿਪੀਟੇਬਿਲਟੀ, ਉਹ ਰਿਜ਼ਲਟ ਸਾਨੂੰ ਬਾਰ-ਬਾਰ ਉਹੀ ਮਿਲਣ। ਅੱਛਾ ਡਾਕਟਰ ਸਾਹਿਬ, ਮੈਂ ਅਖੀਰ ਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਵੀ ਕਿਹੜੀ ਬਿਮਾਰੀ ਦਾ ਤੁਸੀਂ ਇਲਾਜ ਹੋਰ ਲੱਭ ਰਹੇ ਹੋ, ਕਿਹਦੀ ਖੋਜ ਕਰ ਰਹੇ ਹੋ ਜਾਂ ਕਰ ਚੁੱਕੇ ਹੋ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਮੈਂ ਕਹਿੰਦਾ 2-3 ਮਿੰਟ ਦੀ ਦੇ ਦਿਓ। ਦੇਖੋ ਜੀ, ਇਹ USA ਗਵਰਨਮੈਂਟ ਦਾ ਪੇਟੈਂਟ ਹੈ। ਮੈਨੂੰ ਮੈਮੇਲੀਅਨ ਸੈਕਸ ਵਿਕਟਰ ਡਰੱਗ ਵਾਸਤੇ ਮਿਲਿਆ ਸੀਗਾ, ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰ ਦਾ। ਔਰ ਮੈਂ ਤੁਹਾਡੇ ਨਾਲ ਕੋਈ ਵੀ ਉਹ ਗੱਲ ਨਹੀਂ ਕਰਾਂਗਾ ਜਿਹੜੀ ਗੱਲ ਫੈਕਚੁਅਲ ਗਲਤ ਹੋਏ, ਕਿਉਂਕਿ ਸਾਨੂੰ ਝੂਠ ਹੋਵੇ। ਸਾਨੂੰ ਸਾਇੰਟਿਸਟਾਂ ਨੂੰ ਡਾਕੂਮੈਂਟ ਦੇ ਉੱਤੇ ਹੀ ਅਸੀਂ ਬੋਲਣਾ ਹੁੰਦਾ, ਔਰ ਡਾਕੂਮੈਂਟ ਦੇ ਉੱਤੇ ਹੀ ਰਹਿ ਕੇ ਅਸੀਂ ਗੱਲ ਕਰਨੀ ਹੁੰਦੀ ਆ। ਅਤੇ ਦੂਜੀ ਇਹ ਗੱਲ ਹੈਗੀ ਆ ਸਾਊਥ ਅਫਰੀਕਾ ਦੀ ਸਰਕਾਰ ਨੇ ਦਿੱਤਾ ਹੋਇਆ ਪੇਟੈਂਟ ਦਾ, ਅਤੇ ਕੈਨੇਡਾ ਦੀ ਸਰਕਾਰ ਨੇ ਦਿੱਤਾ ਹੋਇਆ। ਮੈਂ ਇਹ ਘਰ ਤਾਂ ਬਣਾਏ ਨਹੀਂ, ਅਤੇ ਮੈਂ ਸਰਟੀਫਾਈਡ ਸਾਇੰਟਿਸਟ ਹਾਂ। ਮੈਂ ਕੋਈ ਹਵਾਈ ਸਾਇੰਟਿਸਟ ਨਹੀਂ ਹੈਗਾ। ਜਦੋਂ ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰ ਮੈਨੂੰ ਡਰੱਗ ਪੇਟੈਂਟ ਦਿੰਦੀ ਹੈ ਔਰ ਮਾਨਤਾ ਦਿੰਦੀ ਹੈ, ਮੇਰੀ ਦਵਾਈ ਦਾ ਫਾਰਮੂਲਾ ਹੈ, ਜਿਹੜੀ ਦਵਾਈ ਮੈਂ ਬਣਾਈ ਹੈ, ਇਹ ਮੈਂ ਖੁਦ ਡਰੱਗ ਕੀਤਾ ਹੋਇਆ ਆਪ। ਅਤੇ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਦਵਾਈਆਂ ਜਿਹੜੀਆਂ ਨੇ, ਦਵਾਈਆਂ ਦੀ ਖੋਜ ਜਿਹੜੀ ਹੈ, ਅਸੀਂ ਚਾਹੁੰਦੇ ਹਾਂ ਕਿ ਇਹਨੂੰ ਇੰਟਰਨੈਸ਼ਨਲ ਲੈਵਲ 'ਤੇ ਜਾਣਾ ਚਾਹੀਦਾ ਹੈ, ਔਰ ਸਾਡੀ ਹੀ ਡਰੱਗ ਕੰਟਰੋਲਰ ਨੂੰ ਪਹਿਲ ਕਰਨੀ ਚਾਹੀਦੀ ਹੈ। ਮੈਂ ਤਾਂ ਚਾਹੁੰਦਾ ਕਿ ਉਹ ਆ ਕੇ ਮੈਨੂੰ ਇੱਕ ਮੀਟਿੰਗ ਤਾਂ ਕਰ ਲੈਣ ਮੇਰੇ ਨਾਲ। ਉਹ ਨਹੀਂ ਕਰਦੇ ਤਾਂ ਮੈਨੂੰ ਘੱਟੋ ਘੱਟ ICMR ਵਾਲੇ ਹੀ ਮੀਟਿੰਗ ਕਰ ਲੈਣ, ਕਿਉਂਕਿ ਉਹਦਾ ਨਾਂ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ। ਅਤੇ ਜੋ ਉਹਨਾਂ ਦਾ ਬਿਹੇਵੀਅਰ ਆ ਉਹ ਹੈਗਾ ICMRP, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਪ੍ਰੋਹਿਬਿਸ਼ਨ। ਉਹ ਤਾਂ ਖੋਜਾਂ ਨੂੰ ਰੋਕਣ ਦਾ ਕੰਮ ਕਰ ਰਹੇ ਨੇ। ਯਾਰ, ਇਹ ਡਾਕੂਮੈਂਟ ਤੁਹਾਡਾ ਹੈ, ਇਹ ਤੁਹਾਡਾ ਡਾਕੂਮੈਂਟ ਹੈ, ਮੇਰਾ ਡਾਕੂਮੈਂਟ ਨਹੀਂ ਹੈ। ਤੁਸੀਂ ਇੱਥੇ ਮਾੜਾ ਜਿਹਾ ਤਾਂ ਨੋਟਿਸ ਲੈਂਦੇ ਭਾਰਤ ਬਾਇਓਟੈਕ ਵਾਲਿਆਂ ਕੋਲ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਮੇਰੇ ਕੋਲ ਨਹੀਂ ਹੈਗੀ। ਤੁਸੀਂ ਇੱਕ ਵਾਰੀ ਕਰੋਨਾ ਦੇ ਨਾਂ 'ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਦੀਆਂ, ਇਹ ਦਵਾਈ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਾਂ ਉੱਚਾ ਕਰਦੀ, ਹਿੰਦੁਸਤਾਨ ਸੱਚਮੁੱਚ ਵਿਸ਼ਵ ਗੁਰੂ ਬਣ ਜਾਂਦਾ। ਸਾਡੇ ਸਾਰਿਆਂ ਵਾਸਤੇ ਮਾਣ ਦੀ ਗੱਲ ਹੋਣੀ ਸੀ, ਮੇਰੇ ਵਾਸਤੇ ਵੀ ਮਾਣ ਦੀ ਗੱਲ ਹੋਣੀ ਹੈ ਐਜ ਏ ਹਿੰਦੁਸਤਾਨੀ। ਮੈਂ ਇੱਕ ਐਜ ਏ ਪ੍ਰਾਊਡ ਇੰਡੀਅਨ, ਮੈਂ ਹਿੰਦੁਸਤਾਨ ਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ, ਕਿਉਂਕਿ ਆਯੁਰਵੈਦਿਕ ਸਿਸਟਮ ਨੇ ਹੀ ਮਾਨਤਾ ਦਿੱਤੀ ਹੈ ਨਾ ਮੈਨੂੰ। ਅਤੇ ਆਯੁਰਵੇਦ ਤੇ ਸਾਡੀਆਂ ਜੜ੍ਹਾਂ ਨੇ, ਸਾਡਾ ਸੰਸਕ੍ਰਿਤੀ ਹੈ। ਅਤੇ ਮੈਂ ਬੇਸਿਕਲੀ ਐਲੋਪੈਥੀ ਸਿਸਟਮ ਦਾ ਟ੍ਰੇਨਡ ਬੰਦਾ ਹੈ, ਅਤੇ ਮੈਂ ਇਹ ਦਵਾਈ ਨੂੰ ਐਲੋਪੈਥੀ ਸਿਸਟਮ 'ਚ ਲੈ ਕੇ ਜਾਵਾਂਗਾ। ਮੈਂ ਜਾਣਾ ਚਾਹੁੰਦਾ, ਕਿਉਂਕਿ ਵੈਸੇ ਵੀ ਦੇਰ ਸਵੇਰ ਲੈ ਹੀ ਜਾਣੀ ਹੈ, ਔਰ ਹਿੰਦੁਸਤਾਨ ਦਾ ਨਾਂ ਉੱਚਾ ਹੋਏਗਾ। ਦੂਜੀ ਤੁਸੀਂ ਖੋਜਾਂ ਦੀ ਗੱਲ ਕੀਤੀ, ਦੂਜੀ ਖੋਜ ਮੇਰੀ ਸੀ FMD ਵਾਇਰਸ ਦੇ ਉੱਤੇ। ਇਹ ਦਵਾਈ ਬੇਸਿਕਲੀ FMD ਵਾਇਰਸ ਵਾਸਤੇ ਖੋਜੀ ਗਈ ਸੀ, ਜਿਹੜਾ ਐਨੀਮਲਸ ਦੇ ਵਿੱਚ ਹੁੰਦਾ। ਬਾਅਦ 'ਚ ਇਹ ਕਰੋਨਾ ਵਾਇਰਸ ਅਤੇ ਇਨਫਲੂਐਂਜਾ ਵਾਇਰਸ ਦੇ ਪ੍ਰਭਾਵੀ ਹੋਈ ਹੈ। ਇਹ ਬਰਾਡ ਸਪੈਕਟਰਮ ਦਵਾਈ ਹੈ। ਇਹ ਬਰਾਡ ਸਪੈਕਟਰਮ ਦਵਾਈ ਦੁਨੀਆ ਦੇ ਵਿੱਚ ਐਸੇ ਧਮਾਕੇ ਕਰੇਗੀ ਨਾ, ਹਿੰਦੁਸਤਾਨ ਨੋਬਲ ਪ੍ਰਾਈਜ਼ ਇਨ ਮੈਡੀਸਨ ਲੈ ਕੇ ਜਾਏਗਾ। ਇਹ ਸਿੱਧਾ ਨੋਬਲ ਪ੍ਰਾਈਜ਼ ਇਨ ਮੈਡੀਸਨ ਲੈ ਕੇ ਜਾਏਗਾ। ਅਸੀਂ ਚਾਹੁੰਦੇ ਸਰਕਾਰ ਸਾਡੀ ਮਦਦ ਕਰੇ, ਸਰਕਾਰ ਸਾਡਾ ਸਹਾਰਾ ਬਣੇ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਸਾਡਾ ਸਹਾਰਾ ਬਣੇ, ਸਾਡਾ ਸ਼ਰੀਕ ਨਾ ਬਣੇ, ਸਾਡੀ ਪ੍ਰਤੀਦਵੰਦੀ ਨਾ ਬਣੇ। ਅਸੀਂ ਦੁਸ਼ਮਣ ਨਹੀਂ ਹੈਗੇ ਉਹਨਾਂ ਦੇ। ਅਸੀਂ ਚਾਹੁੰਦੇ ਹਾਂ ਸਾਡਾ ਸਹਿਯੋਗ ਕਰੋ, ਸਾਰੇ ਜਾਣੇ ਰਲ ਕੇ ਹਿੰਦੁਸਤਾਨ ਦਾ ਨਾਂ ਸਾਰੀ ਦੁਨੀਆ 'ਚ ਉੱਚਾ ਕਰੀਏ। ਬਾਕੀ ਚਲੋ ਐਲੋਪੈਥੀ 'ਚ ਨਹੀਂ ਸਹੀ ਅਤੇ ਆਯੁਰਵੇਦ ਵਾਲਿਆਂ ਮਾਨਤਾ ਤਾਂ ਦੇ ਦਿੱਤੀ, ਹੁਣ ਦਵਾਈ ਆਏਗੀ ਵੀ, ਵਿਕੇਗੀ ਵੀ, ਕਰੋਨਾ ਨੂੰ ਮਰੀਜ਼ਾਂ ਨੂੰ ਫਾਇਦਾ ਵੀ ਹੋਏਗਾ। ਅਤੇ ਬਾਕੀ ਪੰਜਾਬ ਸਰਕਾਰ ਨਾਲ ਵੀ ਹੋਈ ਤੁਹਾਡੀ ਕੋਈ ਗੱਲ ਇਸ ਦਵਾਈ ਦੀ ਲਾਂਚ ਦੇ ਬਾਰੇ ਵੀ, ਮੈਂ ਪੰਜਾਬ ਦੇ ਵਿੱਚ ਇਹ ਦਵਾਈ ਪ੍ਰੋਪਰ ਵੇ ਦੇ ਨਾਲ ਮਾਰਕੀਟ 'ਚ ਲਾਂਚ ਕਰਨਾ ਚਾਹੁੰਦਾ ਵਾਂ, ਮੈਨੂੰ ਪਰਮਿਸ਼ਨ ਦਿੱਤੀ ਜਾਵੇ ਜਾਂ ਕਿੱਦਾਂ? ਦੇਖੋ ਜੀ, ਸਰਕਾਰ ਕਹਿਣ ਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਮੰਤਰੀ ਚਲਾਉਂਦੇ ਆ ਅਤੇ MLA ਚਲਾਉਂਦੇ ਆ, ਸਰਕਾਰ ਚਲਾਉਂਦੇ ਬਿਊਰੋਕਰੈਟ। ਉਹਨਾਂ ਨੂੰ ਤੁਸੀਂ ਜਿਹੜੀ ਚਿੱਠੀ ਪਾਓ ਨਾ, ਉਹਦਾ ਘੁਮਾ ਕੇ ਇੰਨਾ ਕੁ ਜਲੇਬੀ ਵਾਂਗ ਸਿੱਧਾ ਜਵਾਬ ਤੁਹਾਨੂੰ ਦਿੰਦੇ ਆ ਕਿ ਤੁਸੀਂ ਉਹਨਾਂ ਨੂੰ ਡੈਸੀਫਰ ਕਰਦੇ, ਤੁਹਾਡੀ ਉਮਰ ਬੀਤ ਜਾਂਦੀ। ਤੁਹਾਨੂੰ ਇਹ ਨਹੀਂ ਪਤਾ ਚੱਲਦਾ ਕਿ ਇਹ ਬੰਦੇ ਨੇ ਮੈਨੂੰ ਯੈਸ ਬੋਲਿਆ ਕਿ ਨੋ ਬੋਲਿਆ। ਸਾਡਾ ਚਿੱਠੀ ਪੱਤਰ 'ਤੇ ਇਹਨਾਂ ਨਾਲ ਬਹੁਤ ਚੱਲਦਾ ਰਹਿੰਦਾ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਦਾ ਨੋਟਿਸ ਲਏ। ਜੇ ਇੰਡੀਅਨ ਗੌਰਮੈਂਟ ਇਹਦਾ ਟਰਾਇਲ ਨਹੀਂ ਲਗਾ ਰਹੀ, ਅਤੇ ਪੰਜਾਬ ਗੌਰਮੈਂਟ ਦਾ ਹੈਲਥ ਡਿਪਾਰਟਮੈਂਟ ਹੈਗਾ ਨਾ, ਹੈਲਥ ਮਿਨਿਸਟਰੀ ਹੈਗੀ ਹੈ ਨਾ, ਇਹ ਟਰਾਇਲ ਲਗਾ ਲੈਣ। ਇਹੋ ਹੀ ਜੇ ਟਰਾਇਲ ਲਗਾ ਲੈਣ ਅਤੇ ਇਹਦੇ 'ਤੇ ਬੱਲੇ ਹੋ ਜਾਣੀਆਂ ਦੁਨੀਆ ਦੇ ਉੱਤੇ। ਪੰਜਾਬ ਦਾ ਨਾਂ ਸਾਰੀ ਦੁਨੀਆ ਦੇ ਉੱਤੇ ਹੋਣਾ। ਅੱਜ ਸਾਡੇ ਮੁਲਕ ਦੇ ਵਿੱਚ ਓਲੰਪਿਕ ਖੇਡਾਂ ਦੇ ਵਿੱਚ ਇੱਕ ਗੋਲਡ ਮੈਡਲ ਜਿੱਤਣ ਵਾਸਤੇ ਸਾਡੇ ਬਾਂਦੇ ਪੈ ਜਾਂਦੇ, ਸਾਨੂੰ ਲਾਲੇ ਪੈ ਜਾਂਦੇ ਆ। ਇਹ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਹੈ ਅੱਜ ਨੋਬਲ ਪ੍ਰਾਈਜ਼। ਔਰ ਨੋਬਲ ਪ੍ਰਾਈਜ਼ਾਂ 'ਚੋਂ ਵੀ ਜਿਹੜਾ ਸਰਵਸ਼੍ਰੇਸ਼ਠ ਨੋਬਲ ਪ੍ਰਾਈਜ਼ ਹੁੰਦਾ, ਨੋਬਲ ਪ੍ਰਾਈਜ਼ ਇਨ ਮੈਡੀਸਨ। ਇਹ ਦਵਾਈ ਤਾਂ ਸਿੱਧੀ ਜਾਏਗੀ ਤੀਰ ਵਾਂਗ, ਔਰ ਲੈ ਕੇ ਆਏਗੀ। ਸਰਕਾਰ ਸਾਡੀ ਮਦਦ ਕਰੇ ਜਾਂ ਨਾ ਕਰੇ, ਇਹ ਦਵਾਈ ਤਾਂ ਨੋਬਲ ਪ੍ਰਾਈਜ਼ ਲੈ ਕੇ ਆਏਗੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਸਰਕਾਰ ਕੁਛ ਮਦਦ ਕਰਦੇ ਸਾਡੀ, ਅਤੇ ਜਲਦੀ ਹੋ ਜਾਏਗਾ। 2-3 ਸਾਲਾਂ 'ਚ ਹੀ ਹੋ ਜਾਏਗਾ। ਜੇ ਸਰਕਾਰ ਮਦਦ ਨਹੀਂ ਕਰੇਗੀ ਤਾਂ 5-7 ਸਾਲਾਂ 'ਚ ਹੋ ਜਾਏਗਾ। ਨੋਬਲ ਪ੍ਰਾਈਜ਼ ਤਾਂ ਲੈ ਕੇ ਆਏਗੀ। ਔਰ ਫਿਰ ਕਿਹੜੇ ਲੋਕੀ ਕਹਿਣਗੇ ਇਹ ਸਾਡੇ ਪੰਜਾਬੀਆਂ ਨੇ ਕੀਤਾ, ਸਾਡੇ ਹਿੰਦੁਸਤਾਨੀਆਂ ਨੇ ਕੀਤਾ। ਅੱਜ ਮਦਦ ਦੀ ਲੋੜ ਆ,
ਅੱਜ ਮਦਦ ਕਰੋ, ਨਹੀਂ ਤੇ ਬਾਅਦ ਵਿੱਚ ਨੀਰਜ ਚੋਪੜਾ ਦਾ ਭਾਲਾ ਤੁਸੀਂ 18 ਕਰੋੜ ਦਾ ਵੇਚ ਲੈਂਦੇ ਹੋ। ਉਹ ਜਦੋਂ ਨੀਰਜ ਚੋਪੜਾ ਤਿਆਰੀ ਕਰ ਰਿਹਾ ਸੀ ਉਦੋਂ ਤਾਂ ਕੋਈ ਮਦਦ ਵਾਸਤੇ ਨਹੀਂ ਆਇਆ ਨਾ। ਅਸੀਂ ਨੋਬਲ ਪ੍ਰਾਈਜ਼ ਲੈ ਕੇ ਹੀ ਜਾਵਾਂਗੇ, ਇਹ ਦਵਾਈ ਲੈ ਕੇ ਹੀ ਜਾਵੇਗੀ, ਪਰ ਅੱਜ ਸਾਡੀ ਮਦਦ ਕਰੋ, ਆਓ ਸਾਡੇ ਨਾਲ, ਹੋਰ ਨਹੀਂ ਕੋਈ, ਤੁਹਾਡਾ ਟਰਾਇਲ ਹੀ ਲਗਵਾ ਦਿਓ ਹੈ। ਵੀ ਬਾਅਦ ਵਿੱਚ ਕਹਿਣ ਨਾਲੋਂ ਵੀ ਸਾਡੇ ਦੇਸ਼ ਦਾ ਹੀ ਸੀਗਾ ਇਹ ਬੰਦਾ ਜਿਹਨੇ ਦਵਾਈ ਖੋਜ ਕੀਤੀ ਹੈ ਸਾਡੇ ਪੰਜਾਬ ਸੂਬੇ ਦਾ, ਹੈ ਨਾ। ਹਾਂ, ਬਾਅਦ ਵਿੱਚ ਤੇ ਕਿਆ ਕਰੋਗੇ BS ਔਲਖ ਦਾ ਪੈਨ ਹੈ, ਇਹ ਪੈਨ ਵੀ 5 ਕਰੋੜ ਦੀ ਨਿਲਾਮੀ ਤੇ ਜਾਏਗਾ। ਕੱਲ ਨੂੰ ਤਾਂ ਕਹੋਗੇ BS ਔਲਖ ਦਾ ਸਕੂਟਰ ਹੈ, ਇਹ ਸਕੂਟਰ ਵੀ 2 ਕਰੋੜ ਦੀ ਨਿਲਾਮੀ ਤੇ ਜਾਏਗਾ। ਅੱਜ ਮਦਦ ਦੀ ਲੋੜ ਹੈ BS ਔਲਖ ਨੂੰ, ਕੱਲ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਕੱਲ ਨੂੰ ਕੋਈ ਮਦਦ ਵਾਸਤੇ ਆਏ ਵੀ ਨਾ। ਇਹ ਦਵਾਈ ਨੋਬਲ ਪ੍ਰਾਈਜ਼ ਲੈ ਕੇ ਜਾਏਗੀ ਤੇ ਜਾਏਗੀ, ਇਹ ਮੇਰਾ ਦਾਅਵਾ ਹੈ। ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਚੰਗਾ ਲੱਗਾ। ਸਾਡੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਚੰਗੀ ਜਾਣਕਾਰੀ ਸਾਡੇ ਸਰੋਤਿਆਂ ਤੱਕ ਪੁੱਜਦੀ ਕੀਤੀ ਜਾਵੇ। ਸੋ ਇਹ ਜਿਹੜੀ ਦਵਾਈ ਅੱਜ ਤੁਹਾਨੂੰ ਅਸੀਂ ਦਿਖਾਈ ਆ, ਡਾਕਟਰ ਸਾਹਿਬ ਨੇ ਦਾਵਾ ਵੀ ਕੀਤਾ ਕਿ ਇਹ ਜਿਹੜਾ ਨੋਬਲ ਪ੍ਰਾਈਜ਼ ਲੈ ਕੇ ਜਾਏਗੀ, ਔਰ ਨਾਲ ਦੇ ਨਾਲ ਇਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜਿਹੜੀ ਕਰੋਨਾ ਦੇ ਨਾਲ ਮਰਨ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਘਟੇਗੀ। ਇਹਨਾਂ ਦਾ ਦਾਵਾ ਵਾ, ਜਿਵੇਂ ਕਿ ਅਸੀਂ ਔਨ ਦਾ ਕੈਮਰਾ ਹੀ ਤੁਹਾਨੂੰ ਸਾਰੀ ਚੀਜ਼ ਦਿਖਾਈ ਆ, ਕੁਝ ਲੁਕਾਇਆ ਨਹੀਂ ਹੈਗਾ, ਜੋ ਗੱਲ ਸੀ ਉਹ ਕਲੀਅਰ ਕੀਤੀ ਆ। ਸੋ ਦੇਖਦੇ ਹਾਂ ਕਿ ਪੰਜਾਬ ਸਰਕਾਰ, ਜਿਵੇਂ ਇਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋੜ ਹੈ ਕਿ ਅੱਜ ਉਹ ਸਾਡੀ ਮਦਦ ਕਰਨ, ਬਈ ਸਾਨੂੰ ਬਾਅਦ ਦੇ ਵਿੱਚ ਕੋਈ ਖਿਤਾਬ ਨਹੀਂ ਚਾਹੀਦੇ ਹੈਗੇ, ਜਿਵੇਂ ਕਿ ਅੱਜ ਕੱਲ੍ਹ ਚੱਲਦਾ ਟਰੈਂਡ ਕਿ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਨਿਲਾਮੀ ਜੇ ਪੈਨ ਦੀ ਵੀ ਹੁੰਦੀ ਆ ਉਹ ਵੀ 5 ਲੱਖ ਰੁਪਏ ਦਾ ਵਿਕ ਜਾਂਦਾ, ਪਰ ਮੈਨੂੰ ਇਹੋ ਜਿਹੇ ਕੋਈ ਬਾਅਦ ਦੇ ਵਿੱਚ ਖਿਤਾਬ ਨਹੀਂ ਚਾਹੀਦੇ। ਮੈਨੂੰ ਅੱਜ ਲੋੜ ਆ ਪੰਜਾਬ ਸਰਕਾਰ ਮੈਨੂੰ ਇਹਦੀ ਮਨਜ਼ੂਰੀ ਦੇਵੇ ਤਾਂ ਜੋ ਮੈਂ ਪੂਰੇ ਪੰਜਾਬ ਦੇ ਵਿੱਚ ਇਹ ਦਵਾਈ ਜਿਹੜੀ ਆ ਲਾਂਚ ਕਰ ਸਕਾਂ ਔਰ ਕਰੋਨਾ ਦੇ ਨਾਲ ਮਰਦੇ ਲੋਕਾਂ ਨੂੰ ਬਚਾ ਸਕਾਂ। ਸੋ ਦੇਖਣਾ ਹੋਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਡਾਕਟਰ ਸਾਹਿਬ ਦੀ ਇਹ ਦਵਾਈ ਸਹੀ ਹੁੰਦੀ ਆ, ਉਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇੱਦਾਂ ਦੀਆਂ ਹੋਰ ਵੀ ਨਵੀਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਦੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।